ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਧ ਸੰਗਤ ਜੀ, ਅੱਜ ਦੀ ਇਸ ਬਾਣੀ ਵਿਚਾਰ ਦੀ ਕਲਾਸ ਦੇ ਵਿੱਚ ਅਸੀਂ ਮੂਲ ਮੰਤਰ ਦਾ ਜੋ ਵਿਚਾਰ ਸ਼ੁਰੂ ਕੀਤਾ ਸੀ, ਅੱਜ ਉਹਦੀ ਤੀਸਰੀ ਖੇਪ ਹੈ, ਤੀਸਰੀ ਕਲਾਸ ਹੈ। ਅਸੀਂ ਪਹਿਲੀ ਕਲਾਸ ਦੇ ਵਿੱਚ ਇੱਕ ਓਂਕਾਰ ਦਾ ਵਿਚਾਰ ਕੀਤਾ ਸੀ। ਦੂਸਰੀ ਕਲਾਸ ਦੇ ਵਿੱਚ ਅਸੀਂ ਸਤਨਾਮ ਕਰਤਾ ਪੁਰਖ ਦਾ ਵਿਚਾਰ ਕੀਤਾ ਸੀ। ਅੱਜ ਅਸੀਂ ਵਿਚਾਰ ਕਰਨਾ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਦਾ। ਜਿਨ੍ਹਾਂ ਨੇ ਪਹਿਲੀਆਂ ਦੋ ਕਲਾਸਾਂ ਦੇ ਵਿੱਚ ਇੱਕ ਓਂਕਾਰ ਔਰ ਸਤਨਾਮ ਕਰਤਾ ਪੁਰਖ ਦੇ ਜਿਹੜੇ ਨੇ ਅਰਥ ਸਮਝ ਲਏ ਨੇ ਨਾ, ਉਹਨਾਂ ਵਾਸਤੇ ਅੱਜ ਇਹ ਜਿਹੜੇ ਸ਼ਬਦ ਆਣੇ ਨੇ ਨਿਰਭਉ ਨਿਰਵੈਰ, ਇਹਨਾਂ ਦੇ ਸਮਝਣ ਵਾਸਤੇ ਬੜੀ ਆਸਾਨੀ ਹੋਏਗੀ। ਕਿਉਂਕਿ ਅਸੀਂ ਪਹਿਲੇ ਜੋ ਕੀਤਾ ਹੈ ਭਈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਐਸੀ ਅਦੁੱਤੀ ਹਸਤੀ ਹੈ ਜਿਹੜਾ ਸਾਰੇ ਸੰਸਾਰ ਦੀ ਰਚਨਾ ਜਿਸਨੇ ਕੀਤੀ ਹੈ, ਜਿਹੜਾ ਸਾਰੇ ਸੰਸਾਰ ਦੀ ਸੰਭਾਲਨਾ ਕਰ ਰਿਹਾ ਹੈ, ਪਾਲਣਾ ਕਰ ਰਿਹਾ ਹੈ, ਔਰ ਸਾਰੇ ਸੰਸਾਰ ਨੂੰ ਜਿਹੜਾ ਹੈ ਆਪ ਹੀ ਭਾਈ ਉਹ ਮਾਰਨ ਵਾਲਾ ਹੈ, ਵਿਨਾਸ਼ ਕਰਨ ਵਾਲਾ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ ਔਰ ਉਹ ਇੱਕ ਰਸ ਵਿਆਪਕ ਹੈ। ਹੁਣ ਮਹਾਰਾਜ ਇੱਥੇ ਜਿਹੜਾ ਕਹਿ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਉਹ ਨਿਰਭਉ ਹੈ। ਨਿਰਭਉ ਬੰਦੇ ਨੂੰ ਡਰ ਹੁੰਦਾ ਹੈ ਆਪਣੇ ਤੋਂ ਉੱਪਰ ਵਾਲੀ ਹਸਤੀ ਤੋਂ। ਕੋਈ ਹੋਵੇ, ਹਮੇਸ਼ਾ ਬੰਦਾ ਡਰਦਾ ਜੀ ਮੇਰੇ ਉੱਪਰ ਉਹ ਹੈ, ਉਹ ਮੈਨੂੰ ਕੀ ਕਹੇਗਾ, ਜਾਂ ਆਪਣੇ ਬਰਾਬਰ ਵਾਲੇ ਦੇ ਕੋਲੋਂ ਹੁੰਦਾ। ਅਸੀਂ ਬਾਣੀ 'ਚ ਤੁਹਾਨੂੰ ਕਈ ਵਾਰੀ ਸਮਝਾਇਆ, ਆਪ ਵੀ ਤੁਹਾਨੂੰ ਵਿਚਾਰ ਨਾਲ ਦੱਸਿਆ ਭਾਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਜਦੋਂ ਅਸੀਂ ਇੱਕ ਓਂਕਾਰ ਦਾ ਕੀਤਾ ਸੀ ਨਾ, ਤਾਂ ਵੀ ਇਹੀ ਕਿਹਾ ਸੀ ਕਿ ਉਹ ਇੱਕ ਹੈ ਭਾਈ। ਸੋ ਬਾਣੀ ਵਿੱਚ ਸਾਨੂੰ ਆਸਾ ਮਹਿਲਾ ਚੌਥਾ ਸਾਡਾ ਨਿਤ ਦਾ ਪਾਠ ਹੈ, 11 ਅੰਗ ਤੇ ਮਹਾਰਾਜ ਚੌਥੇ ਪਾਤਸ਼ਾਹ ਤੇ ਮਹਾਰਾਜ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੇਰੇ ਵਰਗਾ ਕੋਈ ਹੈ ਹੀ ਨਹੀਂ ਹੋਰ ਭਾਈ, ਤੈਨੂੰ ਕਿਹਦਾ ਡਰ ਹੈ। ਮਹਾਰਾਜ ਨੇ ਬਿਲਾਵਲ ਮਹਿਲਾ ਪਹਿਲਾ ਵਿੱਚ 796 ਅੰਗ ਤੇ ਮਹਾਰਾਜ ਨੇ ਕਿਹਾ, ਪਹਿਲੇ ਪਾਤਸ਼ਾਹ ਕਹਿੰਦੇ, ਏਕੇ ਕੋ ਨਾਹੀ ਭੋ ਕੋਏ, ਇੱਕ ਨੂੰ ਕੋਈ ਭੌ ਨਹੀਂ, ਇੱਕ ਨੂੰ ਕੋਈ ਡਰ ਨਹੀਂ ਹੈ। ਉਹ ਇੱਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਹੈ ਭਾਈ। ਤੇ ਭਾਈ ਬਿਲਾਵਲ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਨੇ 843 ਅੰਗ ਤੇ ਕਿਹਾ, ਤਿਸ ਤੇ ਉੱਪਰ ਨਾਹੀ ਕੋਏ। ਕੌਣ ਡਰ ਹੈ? ਡਰ किसका होए, उस तो ऊपर कोई है ही नहीं भाई। वो किसको डरेगा भाई? वो तो एक निर्भौ, ਉਹਨੂੰ ਕਿਸੇ ਦਾ ਭੈ ਨਹੀਂ ਹੈ ਭਾਈ। ਬਾਣੀ ਤਾਂ ਕਹਿੰਦੀ ਹੈ ਕਿ ਭਾਈ ਜਿਹੜਾ ਸਾਰੇ ਸੰਸਾਰ ਦੇ ਵਿੱਚ ਨਾ ਜੋ ਵੀ ਹੈ ਉਹ ਸਾਰੇ ਸਭ ਅਕਾਲ ਪੁਰਖ ਤੋਂ ਡਰਦੇ ਨੇ, ਅਕਾਲ ਪੁਰਖ ਦੇ ਭੈ ਵਿੱਚ ਨੇ। ਸ਼ਲੋਕ ਮਹਿਲਾ ਪਹਿਲਾ ਹੈ ਆਸਾਵਾਰ ਦੇ ਵਿੱਚ, ਅੰਗ 465 ਅੰਗ ਤੇ ਪਾਤਸ਼ਾਹ ਨੇ ਕਿਹਾ, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਦੁਨੀਆ ਨੂੰ ਸਭ ਤੋਂ ਜ਼ਿਆਦਾ ਡਰ ਹੁੰਦਾ ਮੌਤ ਦਾ। ਉਹ ਪਹਿਲੇ ਪਾਤਸ਼ਾਹ ਕਹਿ ਰਹੇ ਨੇ, ਜਿਹੜਾ ਧਰਮਰਾਜ ਹੈ ਨਾ, ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ, ਉਹ ਵੀ ਤੇਰੇ ਭੈ ਵਿੱਚ ਹੈ, ਤੇਰੇ ਹੁਕਮ ਵਿੱਚ ਹੈ। ਤੇਰੇ ਹੁਕਮ ਤੋਂ ਬਗੈਰ ਉਹ ਕੁਛ ਨਹੀਂ ਕਰ ਸਕਦਾ ਭਾਈ, ਉਹ ਵੀ ਤੇਰੇ ਤੋਂ ਡਰਦਾ ਹੈ। ਵੈਸੇ ਪਤਾ ਬਾਣੀ ਸਾਨੂੰ ਕੀ ਕਹਿੰਦੀ ਹੈ, ਸੋ ਡਰੇ ਜੇ ਪਾਪ ਕਮਾਉਂਦਾ, ਧਰਮੀ ਵਿਕਸੇ। ਇਹ ਸਿਧਾਰਥ ਮਹਿਲਾ
श्री राग दी वार है चौथे पातशाह दी 84 अंक ते कहते ने चौथे पातशाह कह रहे ने सो डरे जे पाप कमांदा धर्मी विकसे तू सच्चा आप न्याय सच तां डरिए के जे तेरा न्याय सच्चा है तू सच्चा है ਤੇ ਜਿਹੜਾ ਧਰਮੀ ਹੁੰਦਾ ਨਾ ਉਹਨੂੰ ਕਿਸੇ ਦਾ ਡਰ ਨਹੀਂ ਤਾਂ ਭਾਈ ਅਕਾਲ ਪੁਰਖ ਤਾਂ ਭਾਈ ਉਹ ਧਰਮ ਦਾ ਜਿਹੜਾ ਨਾ ਮੁਜੱਸਮਾ ਹੈ ਭਾਈ ਉਹ ਧਰਮ ਸਭ ਨੂੰ ਧਰਮ ਦੇਣ ਵਾਲਾ ਹੋਈ ਹੈ ਭਾਈ ਬਾਣੀ ਤਾਂ ਇਸ ਤੋਂ ਫਿਰ ਮਹਾਰਾਜ ਕਿਹਾ ਕਿ ਧਰਮ ਰਾਜ ਕੋਲੋਂ ਤੂੰ ਤੈਨੂੰ ਕੋਈ ਡਰ ਨਹੀਂ ਕਿਉਂਕਿ ਧਰਮ ਰਾਜ ਤੇਰੇ ਹੁਕਮ ਵਿੱਚ ਹੈ ਭਾਈ फिर महाराज ने कहा भय बिच सूरज भय बिच चंद कोह करोड़ी चलतनांत भय बिच सिद्ध बुद्ध सुरनाथ भय बिच आडाने आकाश भय बिच जोध महाबल सूर में योधे जेड़े बड़े बली ने ना महाबली वो भी सारे तेरे भय बिच ने भाई तो भाई उन्होंने तेनू की डर हो सकता है वो तेरे डर विच ने वो तेरे भाव विच ने वो तेरे हुक्म विच ने भाई कहते ने भय विच आवे जावे पूरां दे पूर भरे हुए लोग भय विच तेरे जम रहे ने मर रहे ने तेरे हुक्म विच आ रहे ने हुक्म विच जा रहे ने तैनू किसे कोलों डर नहीं है काल पुरख वाहिगुरू अखीर दे दो तुक अज पहले पातशाह ने निचोड़ दस्या सगलिया भौ लिखिया सिरलेख नानक है नानक आख निर्भव निरंकार सच इको एक निर्भव है पूरे संसार दे विच हाँ बाणी सानू ये समझाती है कि उस निर्भव नू याद करके उस निर्भव नू जप के असी भी निर्भव हो सकते हैं सुखमनी साहब दे विच 22वीं अष्टपदी दे पंजवें पदे विच पंचम पातशाह कह रहे हैं निर्भव जपै सगल भौ मिटै वाह उस अकाल पुरख नू जप के उस अकाल पुरख नूं ध्या के भाई साडे सारे भौ दुनिया दे सारे डर अदब खत्म हो जाते ने जे असीं उहदे डर अदब दे विच अपना जीवन व्यतीत करिए भाई ये जिहड़ा भौ है ना ये भौ सिर्फ ते सिर्फ उन्हां नूं है भाई जिहड़े उसदे नाम नहीं जपदे जिहड़ा उसनूं याद नहीं करदे बाणी भी तां सानूं महाराज ने समझाया भाई मारू महला पंजवा 999 अंक है छल बपरी एक कौला डर पे माया भी तेरे डर विच है अत डर पे धर्मराया सगल समगरी डरे व्यापी बिन डर करने हारा इको एक करने हारा अकाल पुरख वाहिगुरू करता पुरख वही सिर्फ ते सिर्फ डरनहार तो बिन डर है डर तो बगैर है भाई बाणी ते कहती है सानू बाना ने समझाया बार बार कि सगल जड़ा कि तेरे तो बिना और कोई निर्भव है ही नहीं ते जेड़े निर्भव ने ना वो तेरे नाम करके निर्भव ने भाई अजकल असी साहिबजादियां दा शहीदी दा जो हफ्ता चल रहा मना रहे हैं ना छोटे साहिबजादे वड्डे साहिबजादियां ने जो निर्भयता दा सबूत दिता है 10 लाख दी फौज दे नाल 40 सिंह जिहड़े लड़े ने ना उस वर्गा निर्भयता कित्थों आनी है क्योंकि बाणी कहती है जाको हर रंग लागो इस युग में सो कहियत है सूरा भाई एक शक्ति आंदी ही उसनू शक्ति मिलती है जिहदे अंदर हरि दा नाम है वही मौत दे डर तो रहत हो जाता है वही भाई फिर सूरमिया वांगू लड़ता है वही छोटे साहिबजादे छोटे बाबे भाई जोरावर सिंह जी भाई फतेह सिंह जी 9 और 7 साल दे विच जो उन्होंने निर्भयता दिखाई है जो काजी ने और जो उत्थे दे हाकम ने उन्होंने डराने की कोशिश की 2 दिन कोतवाली विच अज दा दिन भी वो कोतवाली दे विच दूसरी उन्होंने पेशी है उन्होंने जो सवाल जवाब होए ना वो दसदा है भी किन्ने उन्होंने अंदर भौ नामक कोई चीज ही नहीं सी वो भौ निर्भयता उन्होंने कित्थों आई वो बिन डर किवें होए क्योंकि वो भी नाम दे रसीए सन पाई नाम करके ही
ਨਿਰਭਉ ਬਣਦਾ ਬੰਦਾ। ਹੋਰ ਕੋਈ ਨਿਰਭਉ ਇਸ ਸੰਸਾਰ ਵਿੱਚ ਨਹੀਂ ਹੈ। ਉਹੀ ਸੰਸਾਰ ਵਿੱਚ ਨਿਰਭਉ ਹੈ ਜਿਹੜਾ ਨਿਰਭਉ ਨੂੰ ਆਰਾਧਦਾ ਹੈ, ਨਿਰਭਉ ਨੂੰ ਯਾਦ ਕਰਦਾ ਹੈ। ਇਹ ਸਾਨੂੰ ਸਾਹਿਬਜ਼ਾਦਿਆਂ ਨੇ, ਉਹਨਾਂ ਪੰਜ ਪਿਆਰਿਆਂ ਨੇ, ਉਹਨਾਂ ਖਾਲਸਿਆਂ ਨੇ ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਵਿੱਚ ਜ਼ੁਲਮ ਨਾਲ ਟਾਕਰਾ ਲਿਆ ਹੈ, ਜ਼ਾਲਮਾਂ ਨੂੰ ਪਛਾੜਿਆ ਹੈ ਭਾਈ। ਧਰਮ ਦੀ ਆਜ਼ਾਦੀ ਵਾਸਤੇ, ਸੱਚ ਦੀ ਆਜ਼ਾਦੀ ਵਾਸਤੇ, ਸੱਚ ਵਾਸਤੇ ਲੜੇ ਨੇ। ਉਹ ਨਿਰਭਉ ਹੋਏ ਇਸ ਵਾਸਤੇ ਨੇ ਕਿਉਂਕਿ ਉਹਨਾਂ ਨੇ ਅਕਾਲ ਪੁਰਖ ਨੂੰ ਭਾਈ ਆਰਾਧਿਆ ਹੈ, ਅਕਾਲ ਪੁਰਖ ਨੂੰ ਉਹਨਾਂ ਨੇ ਧਿਆਇਆ ਹੈ ਭਾਈ। ਸੋ ਨਿਰਭਉ ਸਿਰਫ ਤੇ ਸਿਰਫ ਇੱਕ ਹਸਤੀ ਹੈ ਜਿਹੜੀ ਭੈ ਰਹਿਤ ਹੈ, ਜਿਹੜੀ ਨਿਰਭੈ ਹੈ, ਜਿਹੜੀ ਨਿਡਰ ਹੈ, ਜਿਹੜੀ ਬੇਖੌਫ ਹੈ। ਉਹ ਹੈ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਭਾਈ ਉਸ ਨੂੰ ਆਰਾਧਿਆ ਹੈ, ਧਿਆਇਆ ਹੈ, ਜਪਿਆ ਹੈ। ਜਿਹੜੇ ਧਰਮ ਦੇ ਮਾਰਗ ਤੇ ਚੱਲੇ ਨੇ ਨਾ, ਜਿਨ੍ਹਾਂ ਨੇ ਸੱਚ ਦਾ ਮਾਰਗ ਅਪਣਾਇਆ ਹੈ, ਉਹ ਵੀ ਭਾਈ ਨਿਰਭਉ ਹੋ ਗਏ ਨੇ। ਇਸ ਕਰਕੇ ਭਾਈ ਨਿਰਭਉ ਜਿਹੜਾ ਹੈ ਉਹ ਕੋਈ ਹੋ ਸਕਦਾ ਹੈ ਜਿਹਦੇ ਅੰਦਰ ਨਾਮ ਦਾ ਰੰਗ ਹੈ ਭਾਈ। ਜਾਕੋ ਹਰ ਰੰਗ ਲਾਗੋ ਇਸ ਯੁਗ में, ਸੋ ਕਹੀਤ ਹੈ ਸੂਰਾ। ਤਨਾਸਰੀ ਮਹਿਲਾ ਪੰਜਵਾਂ 680 ਅੰਕ ਤੇ ਮਹਾਰਾਜ ਨੇ ਬਾਣੀ ਵੀ ਸਾਨੂੰ ਸਮਝਾਇਆ ਹੈ ਭਾਈ, ਜਿਹੜਾ ਹੈ ਜਪ ਮਨ ਨਿਰਭਉ। ਸਾਰਿੰਗ ਮਹਿਲਾ ਚੌਥਾ 1201 ਅੰਕ ਤੇ ਜਪ ਮਨ, ਇਹ ਮੇਰੇ ਮਨ ਉਸ ਅਕਾਲ ਪੁਰਖ ਨੂੰ ਜਪ ਜਿਹੜਾ ਨਿਰਭਉ ਹੈ, ਤਾਂ ਹੀ ਤੂੰ ਨਿਰਭਉ ਹੋ ਸਕੇਗਾ। ਹੋਰ ਕੋਈ ਨਿਰਭੈਤਾ ਤੈਨੂੰ ਕਿਧਰੋਂ ਨਹੀਂ ਮਿਲ ਸਕਦੀ ਭਾਈ। ਮਹਾਰਾਜ ਨੇ ਅੱਗੇ ਕਿਹਾ ਇਹਦੇ ਵਿੱਚ ਹੀ ਸਤ ਸਦਾ ਸਤ, ਜਿਹੜਾ ਸੱਚ ਹੈ, ਅਸੀਂ ਇਹਦੇ ਵਿਚਾਰ ਬਹੁਤ ਕਰ ਚੁੱਕੇ ਹਾਂ। ਉਹ ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ। ਮੇਰੇ ਮਨ ਅਨ ਦਿਨੋਂ ਧਿਆਏ ਨਿਰੰਕਾਰ ਨਿਰਾਹਾਰੀ। ਦਿਨ ਤੇ ਰਾਤ ਉਹਦੀ ਆਰਾਧਨਾ ਕਰ। ਤੇ ਇਹ ਜਿਹੜੇ ਗੁਣ ਨੇ ਨਾ, ਨਿਰਭੈਤਾ, ਨਿਰਵੈਰਤਾ, ਇਹ ਸਾਰੇ ਗੁਣ ਤੇਰੇ ਵਿੱਚ ਭਾਈ ਪ੍ਰਗਟ ਹੋ ਸਕਦੇ ਨੇ। ਉਹ ਗੁਣਾਂ ਦਾ ਮਾਲਿਕ ਹੈ। ਬਸ ਇਹ ਗੱਲ ਆਪਣੇ ਹਿਰਦੇ ਘਰ 'ਚ ਵਸਾ ਲਓ ਕਿ ਉਹ ਇੱਕੋ ਇੱਕ ਨਿਰਭਉ ਹੈ। ਜਿਨੇ ਵੀ ਨਿਰਭਉ ਹੋਣਾ ਹੈ ਨਾ, ਉਹਨੇ ਉਸ ਨੂੰ ਆਰਾਧ ਕੇ, ਉਸ ਦੀ ਯਾਦ ਹਿਰਦੇ ਘਰ 'ਚ ਵਸਾ ਕੇ ਹੀ ਨਿਰਭਉ ਹੋਣਾ ਹੈ। ਨਿਰਭਉ ਹੋਣ ਦਾ ਇੱਕੋ ਇੱਕ ਤਰੀਕਾ ਹੈ ਭਾਈ, ਸੱਚੇ ਦੇ ਮਾਰਗ ਤੇ, ਧਰਮ ਦੇ ਮਾਰਗ ਤੇ ਚੱਲੀਏ ਤਾਂ ਹੀ ਭਾਈ ਨਿਰਭਉ ਹੋ ਸਕਦੇ ਹਾਂ। ਹੁਣ ਹੈ ਨਿਰਵੈਰ। ਨਿਰਵੈਰ ਹੁੰਦਾ ਹੈ ਵੈਰ ਰਹਿਤ, ਕਿਸੇ ਨਾਲ ਵੀ ਵੈਰ ਨਾ ਕਰਨ ਵਾਲਾ, ਵੈਰ ਭਾਵਨਾ ਤੋਂ ਰਹਿਤ। ਉਹਦੇ ਅੰਦਰ ਵੈਰ ਵਰਗੀ ਭਾਵਨਾ ਹੀ ਨਹੀਂ ਹੈ। ਉਹ ਅਕਾਲ ਪੁਰਖ ਐਸਾ ਹੈ ਵੈਰ। ਉਹੀ ਮਹਾਰਾਜ ਨੇ ਸਾਨੂੰ ਸਮਝਾਇਆ ਭਈ ਵੈਰੀ ਵੈਰ ਬੰਦਾ ਕਰਦਾ ਹੈ ਜਿਹੜਾ ਸਾਡੇ ਤੋਂ ਅੱਗੇ ਨਿਕਲ ਗਿਆ, ਜਿਹੜਾ ਸਾਡੇ ਸ਼ਰੀਕ ਹੋ ਗਿਆ, ਜਿਹੜਾ ਸਾਡਾ ਦੁਸ਼ਮਣ ਹੈ। ਮਹਾਰਾਜ ਨੇ ਬੜਾ ਸੋਹਣਾ ਸਾਨੂੰ ਬਾਣੀ ਸਮਝਾਇਆ ਭਾਈ। ਇਹ ਵਡਹੰਸ ਦੀ ਵਾਰ ਹੈ, ਮਹਿਲਾ ਤੀਜਾ ਸ਼ਲੋਕ ਹੈ। ਇਹਦੇ ਵਿੱਚ 592 ਅੰਕ ਤੇ ਕਹਿ ਰਹੇ ਨੇ ਤੀਸਰੇ ਪਾਤਸ਼ਾਹ, ਤਿਸਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਉਹਦੇ ਨਾਲ ਉਹਦੇ ਨਾਲ ਕਿਹਨੇ ਵੈਰ ਕਰਨਾ ਹੈ? ਉਹਦੇ ਵਰਗਾ ਹੀ ਕੋਈ ਨਹੀਂ। ਉਸ ਤੋਂ ਉੱਪਰ ਤੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹਦਾ ਕੋਈ ਕੰਟਕ ਵੈਰਾਈ, ਕੋਈ ਵੈਰੀ ਨਹੀਂ ਜਿਹੜਾ ਉਹਨੂੰ ਕੁਛ ਵੀ ਨੁਕਸਾਨ ਪਹੁੰਚਾ ਸਕੇ। ਅਗਲੀ ਤੁਕ ਵਿੱਚ ਕਹਿੰਦੇ ਨੇ ਭਾਈ ਉਹਦਾ ਤਾਂ ਜਿਹੜਾ ਰਾਜ ਹੈ ਨਾ, ਨਿਹਚਲ ਰਾਜ ਹੈ, ਤਿਸ ਕੇਰਾ ਨਾ ਆਵੇ ਨਾ ਜਾਏ। ਉਹਦਾ ਤਾਂ ਅਟਲ ਰਾਜ ਹੈ ਭਾਈ। ਉਹਦੇ ਰਾਜ ਨੂੰ ਕੋਈ ਵੈਰੀ ਜਿਹੜਾ ਹੈ ਦੇਖ ਹੀ ਨਹੀਂ ਸਕਦਾ। ਕੋਈ ਵੈਰੀ ਵੈਰ ਉਹਦੇ ਨਾਲ ਕਮਾ ਹੀ ਨਹੀਂ ਸਕਦਾ, ਕਿਉਂਕਿ ਭਾਈ ਉਹ ਸਤਿਗੁਰ ਅੰਦਰੋਂ ਨਿਰਵੈਰ ਹੈ। ਗੌੜੀ ਵਾਰ ਦੇ ਵਿੱਚ ਮਹਿਲਾ ਚੌਥਾ ਦਾ ਸਤਿਗੁਰ ਅੰਦਰੋਂ ਨਿਰਵੈਰ ਹੈ। ਪੰਜਵੀਂ ਪੌੜੀ ਹੈ, ਅੰਗ 302 ਤੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ। ਸਤਿਗੁਰ ਵੀ ਜਿਹੜਾ ਹੈ ਉਹ ਨਿਰਵੈਰ ਹੈ ਭਾਈ। ਉਹਨੂੰ ਕਿਸੇ ਨਾਲ ਵੈਰ ਨਹੀਂ, ਉਹ ਸਭ ਦੇ ਅੰਦਰ ਇੱਕ ਅਕਾਲ ਪੁਰਖ ਨੂੰ ਦੇਖਦਾ ਹੈ। ਫਿਰ ਮਹਾਰਾਜ ਬਲਕਿ ਕਹਿੰਦੇ ਨੇ ਬਾਣੀ ਵਿੱਚ, ਜਿਹੜੇ ਉਸ ਨਿਰਵੈਰ ਨਾਲ ਵੈਰ ਚਲਾਉਂਦੇ ਨੇ ਨਾ, ਮਹਿਲਾ ਚੌਥਾ 307 ਅੰਕ ਦੇ, ਇਹ ਵੀ ਗੌੜੀ ਵਾਰ ਵਿੱਚ ਹੈ। ਕਹਿੰਦੇ ਨੇ ਨਿਰਵੈਰੇ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੇ ਕਾ ਤਿਨ ਸਿਰ ਲਿਆ। ਜਿਹੜਾ ਵੈਰੇ ਨਾਲ, ਨਿਰਵੈਰ ਨਾਲ ਵੈਰ ਕਮਾਏ ਨਾ,
ਉਸ ਤੋਂ ਵੱਡਾ ਪਾਪੀ ਇਸ ਸੰਸਾਰ ਵਿੱਚ ਨਹੀਂ ਹੈ ਭਾਈ। ਹੁਣ ਉਸ ਵੈਰੇ ਨਾਲ ਵੈਰ ਕਿਹੜਾ ਅਸੀਂ ਕਰਦੇ ਹਾਂ, ਕਿਵੇਂ ਕਰ ਸਕਦੇ ਹਾਂ, ਕਿਉਂਕਿ ਸਾਡੇ ਤੇ ਪਾਇਆ ਹੀ ਨਹੀਂ ਉਸ। ਮੈਨੂੰ ਸਮਝਾਈਏ ਭਾਈ, ਜੇ ਸਾਡੀ ਕੋਈ ਮੰਗ ਪੂਰੀ ਨਾ ਹੋਵੇ, ਅਸੀਂ ਇੰਨੇ ਅਕਿਰਤ ਕਣ ਹਾਂ, ਅਸੀਂ ਉਸ ਅਕਾਲ ਪੁਰਖ ਨੂੰ ਵੀ ਜਿਹੜਾ ਨਾ ਮਾੜੇ ਬੋਲਦੇ ਹਾਂ। ਅਸੀਂ ਤਾਂ ਇੱਥੋਂ ਤੱਕ ਨੀਚ ਹਾਂ, ਅਸੀਂ ਉਹਨੂੰ ਬੇਦਾਵਾ ਦੇ ਦਿੰਦੇ ਹਾਂ ਤੇ ਬਣ ਜਾਂਦੇ ਆ ਸਾਕਤ ਉਹ ਹੁੰਦਾ ਹੈ ਜਿਹੜਾ ਪਰਮਾਤਮਾ ਨੂੰ ਮੰਨਦਾ ਹੀ ਨਹੀਂ, ਟੁੱਟਿਆ ਹੋਇਆ ਹੈ ਪਰਮਾਤਮਾ ਨਾਲੋਂ। ਸੋ ਭਾਈ ਬਾਣੀ ਕਹਿੰਦੀ ਹੈ ਜਿਹੜਾ ਉਸ ਨਿਰਵੈਰ ਨਾਲ ਵੈਰ ਰਚਾਉਂਦਾ ਹੈ ਨਾ, ਉਹ ਸਭ ਤੋਂ ਵੱਡਾ ਪਾਪੀ ਹੈ। ਕਿਉਂਕਿ ਸਾਡਾ ਜਿਹੜਾ ਅਕਾਲ ਪੁਰਖ ਕਰਤਾ ਪੁਰਖ ਹੈ ਨਾ, ਉਹਨੂੰ ਤਾਂ ਬਾਣੀ ਕਹਿੰਦੀ ਹੈ ਭਾਈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਸੋਈ ਮਹਿਲਾ ਪੰਜਵਾਂ 785 ਅੰਕ ਤੇ ਪੰਜੇ ਪਾਤਸ਼ਾਹ, ਮੇਰਾ ਸੁਆਮੀ ਤਾਂ ਮਿੱਠ ਬੋਲੜਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਅਸੀਂ ਭਾਵੇਂ ਕਿੰਨੇ ਪਾਪ ਕਰਦੇ ਹਾਂ, ਕਿੰਨੇ ਪਾਪੀ ਹਾਂ, ਸਾਡੇ ਨਾਲ ਕਦੀ ਉਹਨੇ ਮੰਦਾ ਨਹੀਂ ਕੀਤਾ, ਸਾਡੇ ਨਾਲ ਕਦੀ ਕੋੜਾ ਨਹੀਂ ਬੋਲਿਆ। ਉਹ ਤਾਂ ਭਾਈ ਕਿਉਂਕਿ ਉਹਦੇ ਵਰਗਾ ਕੋਈ ਹੈ ਨਹੀਂ, ਉਹਨੂੰ ਕਿਸੇ ਨਾਲ ਵੈਰ ਹੈ ਨਹੀਂ, ਉਹ ਨਿਰਵੈਰ ਹਸਤੀ ਹੈ ਭਾਈ। ਉਸ ਨਿਰਵੈਰ, ਉਹ ਤਾਂ ਭਾਈ ਦਿਆਲੂ ਹੈ, ਉਹ ਤਾਂ ਕਿਰਪਾਲੂ ਹੈ, ਉਹ ਤਾਂ ਭਾਈ ਸਾਨੂੰ ਹਮੇਸ਼ਾ ਸਾਡੀ ਪ੍ਰਤੀਪਾਲਨਾ ਕਰ ਰਿਹਾ ਹੈ। ਉਹਨੂੰ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਪੰਚਮ ਪਾਤਸ਼ਾਹ ਨੇ 18ਵੀਂ ਪੌੜੀ 18ਵੀਂ ਅਸ਼ਟਪਦੀ ਦੀ 5ਵੀਂ ਪੌੜੀ ਵਿੱਚ ਕਿਹਾ ਹੈ, ਨਿਰਾਹਾਰ ਨਿਰਵੈਰ ਸੁਖਦਾਈ। ਉਹ ਨਿਰਵੈਰ ਅਕਾਲ ਪੁਰਖ ਸੁੱਖਾਂ ਦਾ ਦਾਤਾ ਹੈ, ਉਹ ਵੈਰ ਨਹੀਂ ਕਰਦਾ, ਉਹ ਸਾਨੂੰ ਸੁਖ ਦੇਣ ਵਾਲਾ ਦਾਤਾ ਹੈ ਭਾਈ। ਉਹ ਸਾਡੀ ਪ੍ਰਤੀਪਾਲਨਾ ਕਰਦਾ ਹੈ, ਸਾਡੇ ਵਰਗੇ ਅਕਿਰਤ ਘੜਨਾ ਨੂੰ ਵੀ ਉਹਨੇ ਭਾਈ ਸਭ ਕੁਝ ਦਿੱਤਾ ਹੋਇਆ ਹੈ। ਉਹ ਨਿਰਵੈਰ ਨਹੀਂ ਹੈ ਭਾਈ, ਉਹ ਵੈਰ ਰਹਿਤ ਹੈ। ਉਸ ਬਾਰੇ ਤਾਂ ਭਾਈ ਸਾਨੂੰ ਬਾਣੀ ਚ ਕਹਿੰਦੇ ਨੇ, ਭੈਰੋ ਮਹਿਲਾ ਪੰਜਵਾਂ 1142 ਅੰਕ ਕਹਿੰਦੇ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ। ਭਾਈ ਅਸੀਂ ਤਾਂ ਇੰਨੇ ਪਾਪੀ ਹਾਂ, हे ਨਿਰਵੈਰ ਵਾਹਿਗੁਰੂ, हे ਨਿਰਵੈਰ ਅਕਾਲ ਪੁਰਖ, ਤੂੰ ਸਾਡੇ ਅਪਰਾਧੀਆਂ ਦੇ ਪਾਪ ਬਖਸ਼ਣ ਵਾਲਾ ਹੈ। ਜਿਸ ਪਾਪੀ को मिले ना ढोई, कोई जिस पापी ਨੂੰ ਆਸਰਾ ਨਾ ਦੇਵੇ, ਸ਼ਰਨ ਆਵੇ ਤਾਂ ਨਿਰਮਲ ਹੋਈ। ਜੇ ਉਸ ਅਕਾਲ ਪੁਰਖ ਦੇ ਉਸ ਜਿਹੜਾ ਹੈ ਨਿਰਵੈਰ ਦੇ ਸ਼ਰਨ ਚਲਾ ਜਾਏ ਨਾ, ਉਹ ਉਹਨੂੰ ਨਿਰਮਲ ਕਰ ਦਿੰਦਾ ਹੈ ਭਾਈ, ਉਹਨੂੰ ਪਵਿੱਤਰ ਕਰ ਦਿੰਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ, ਨਿਰਵੈਰੇ ਸੰਗ ਵੈਰ ਰਚਾਏ। ਪੰਚਮ ਪਾਤਸ਼ਾਹ ਦਾ 1205 ਅੰਕ ਤੇ ਸਾਰੰਗ ਰਾਗ ਦੇ ਵਿੱਚ ਉਪਦੇਸ਼ ਹੈ, ਨਿਰਵੈਰੇ ਸੰਗ ਵੈਰ ਰਚਾਏ, ਪਹੁੰਚ ਨਾ ਸਕੇ ਗਵਾਰੇ। ਉਹ ਗਵਾਰ ਹੈ ਭਾਈ, ਉਸ ਤੋਂ ਵੱਡਾ ਗਵਾਰ ਕੋਈ ਨਹੀਂ ਹੈ। ਉਹ ਕਿਧਰੇ ਨਹੀਂ ਪਹੁੰਚ ਸਕਦਾ, ਮਤਲਬ ਉਹਦਾ ਕਿਧਰੇ ਕੋਈ ਕੰਮ ਨਹੀਂ ਨਿਬੜਨਾ ਭਾਈ, ਕਿਸੇ ਹੋਰ ਨੇ ਉਹਦੀ ਬਾਹ ਨਹੀਂ ਪਕੜਨੀ ਉਸ ਗਵਾਰ ਦੀ। ਇਸ ਕਰਕੇ ਭਾਈ ਉਸ ਨਿਰਵੈਰ ਨਾਲ ਅਸੀਂ ਸਿਰਫ ਤੇ ਸਿਰਫ ਉਸ ਨਿਰਵੈਰ ਨਾਲ ਜਿਹਦਾ ਕੋਈ ਸ਼ਰੀਕ ਨਹੀਂ ਹੈ ਭਾਈ। ਮਾਰੂ ਸੋਹਲੇ ਮਹਿਲਾ ਪੰਜਵਾਂ ਵਿੱਚ ਨਾ ਪੰਚਮ ਪਾਤਸ਼ਾਹ ਕਹਿੰਦੇ ਨੇ, ਤਿਸੇ ਸ਼ਰੀਕ ਨਾਹੀ ਰੇ ਕੋਈ, ਕਿਸ ਹੀ ਬੁਤੇ ਜਵਾਬ ਨਾ ਹੋਏ। ਉਹਦੀ ਕਿਸੇ ਦਾ ਗੱਲ ਦਾ ਉਹਦੇ ਕਿਸੇ ਹੋਰ ਕੋਲ ਜਵਾਬ ਨਹੀਂ ਹੈ ਭਾਈ। ਉਹ ਤਾਂ ਜਿਹੜਾ ਜੋ ਉਹ ਕਰ ਰਿਹਾ ਹੈ ਉਹਦਾ ਹੁਕਮ ਹੈ ਭਾਈ। ਕਹਿੰਦੇ ਨੇ, ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ। ਉਹ ਤਾਂ ਭਾਈ ਚੋਜੀ ਪਿਤਾ ਹੈ ਸਾਡਾ, ਉਹ ਸਾਡੇ ਵਰਗੇ ਅਕਿਰਤ ਘਟਨਾ ਨੂੰ ਵੀ ਸਭ ਕੁਝ ਦੇਈ ਜਾ ਰਿਹਾ ਹੈ। ਉਹ ਉਸ ਨਿਰਵੈਰ ਨਾਲ ਭਾਈ ਵੈਰ ਨਹੀਂ ਕੋਈ ਕਰ ਸਕਦਾ। ਉਸ ਨਿਰਵੈਰ ਨਾਲ, ਉਸ ਨਿਰਵੈਰ ਨੂੰ ਆਰਾਧ ਕੇ ਧਿਆ ਕੇ ਭਾਈ ਅਸੀਂ ਤਾਂ ਉਸ ਕੋਲੋਂ
अपना जिहड़ा है सुख आनंद लेना है। जिहड़ा निर्वैर हुण जिहड़ा वैर वाला हुंदा ना वो भाई नुकसान पहुंचाने वाला हुंदा, दुखी करने वाला हुंदा। बाणी ते कहंदी है वो कृपालु है, वो दयालु है, वो भाई साडी रक्षा करने वाला है, साडा करता पुरख है, वो किसी नाल भाई वैर करदा ही नहीं। बड़ा सोहना कहना कि संभल थकी जियो कदे ना बोले थोड़ा, वो थोड़ा बोल ही नहीं बोलता। वो कैसा वो तो भाई निर्वैरता दी मूरत है भाई। इस करके उस निर्वैर बारे सानू महाराज ने गौड़ी 52 अखरी दे विच उस निर्वैर बारे ना पौड़ी है, महाराज की पौड़ी है, पंचम पातशाह की बाणी है, इसकी पौड़ी है 46वीं पौड़ी, अंग 260 ते पंचम पातशाह कह रहे ने वव्वा अखर उपदेश ने वव्वा वैर ना करिए काहू। सानू समझा रहे ने पंचम पातशाह किसी नाल वैर करना नहीं चाहिए। वो निर्वैर अकाल पुरख वाहिगुरु निर्वैर सतगुरु सानू समझा रहा है। बब्बे अखर तो उपदेश दे रहा है वव्वा वैर ना करिए काहू घट घट अंतर ब्रह्म समाओ। हरेक हिरदे घर में जो अकाल पुरख बसदा है किसी नाल वैर करना नहीं चाहिए। ਉਹਦਾ ਤੇ ਇਹ ਉਪਦੇਸ਼ ਹੈ ਭਾਈ। ਉਹ ਨਿਰਵੈਰ ਐਸਾ ਹੈ ਉਹ ਸਾਨੂੰ ਉਪਦੇਸ਼ ਦੇ ਰਿਹਾ ਹੈ, ਸਾਨੂੰ ਨਿਰਵੈਰ ਹੋਣ ਦੀ ਹਿਦਾਇਤ ਦੇ ਰਿਹਾ ਹੈ, ਉਪਦੇਸ਼ ਦੇ ਰਿਹਾ ਹੈ। ਇसी ਪੌੜੀ ਦੇ ਵਿੱਚ ਅੱਗੇ ਦੋ ਤੁਕਾਂ ਨੇ ਵੈਰ ਵਿਰੋਧ ਮਿਟੈ ਤੇ ਮਨ ਤੇ ਉਹਨਾਂ ਦੇ ਮਨ ਵਿੱਚੋਂ ਵੈਰ ਵਿਰੋਧ ਮਿਟ ਜਾਂਦੇ ਨੇ। ਹਰ ਕੀਰਤਨ ਗੁਰਮੁਖ ਜੋ ਸੁਣਤੇ ਜਿਹੜੇ ਹਰੀ ਦੀ ਬਾਣੀ ਨੂੰ ਸੁਣਦੇ ਨੇ ਨਾ ਦਿਲ ਤੇ ਵਸਾਉਂਦੇ ਨੇ ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਸਾਰੇ ਵੈਰ ਮੁਕਾ ਦਿੰਦਾ ਹੈ। ਇਹ ਤਾਂ ਭਾਈ ਐਸਾ ਨਿਰਵੈਰ ਹੈ ਸਾਨੂੰ ਉਪਦੇਸ਼ ਦੇ ਰਿਹਾ ਭਾਈ ਵੈਰ ਕਿਸੇ ਨਾਲ ਕਮਾਣਾ ਨਹੀਂ। ਇਸੇ ਤਰ੍ਹਾਂ ਸਾਨੂੰ ਨੌਵੇਂ ਪਾਤਸ਼ਾਹ ਨੇ ਨਾ ਉਪਦੇਸ਼ ਦਿੱਤਾ ਹੈ ਬਾਣੀ ਵਿੱਚ ਕੀ ਡਰ ਵਾਸਤੇ ਵੀ ਕਿ ਸਾਡਾ ਤਾਂ ਭਾਈ ਇਹ ਵਿਸ਼ਾ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਕਿਸੇ ਦਾ ਭੈ ਮੰਨਣਾ ਵੀ ਨਹੀਂ ਤੇ ਭੈ ਦੇਣਾ ਵੀ ਨਹੀਂ। ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਤਾਂ ਹੀ ਤੂੰ ਗਿਆਨਵਾਨ ਹੈ ਭਾਈ। ਕਿਸੇ ਨੂੰ ਭੈ ਦੇਣਾ ਨਹੀਂ ਤੇ ਕਿਸੇ ਦਾ ਭੈ ਸਹਿਣਾ ਨਹੀਂ। ਜੋ ਛੋਟੇ ਸਾਹਿਬਜ਼ਾਦਿਆਂ ਨੇ ਜੋ ਵੱਡੇ ਸਾਹਿਬਜ਼ਾਦਿਆਂ ਨੇ ਜੋ ਪੰਜ ਪਿਆਰਿਆਂ ਨੇ ਜੋ ਖਾਲਸਿਆਂ ਨੇ ਜੋ ਕੋਤਾ ਕੀਤੇ ਨਾ ਉਹੀ ਹੈ। ਕਿਸੇ ਨੂੰ ਵੈਰ ਕਿਸੇ ਨੂੰ ਡਰ ਦਿੱਤਾ ਨਹੀਂ ਪਰ ਕਿਸੇ ਦੀ ਈਨ ਮੰਨੀ ਵੀ ਨਹੀਂ ਭਾਈ। 7 ਤੇ 9 ਸਾਲ ਦੇ ਸਾਡੇ ਬਾਬੇ ਜਿਹੜੇ ਨੇ ਨਾ ਉਹਨਾਂ ਨੇ ਈਨ ਨਹੀਂ ਮੰਨੀ। ਆਪਣੀ ਜਾਨ ਜਿਹੜੀ ਹੈ ਨਿਛਾਵਰ ਕਰ ਦਿੱਤੀ ਪੰਥ ਵਾਸਤੇ ਪਰ ਈਨ ਨਹੀਂ ਮੰਨੀ ਭਾਈ। ਉਹ ਜੇ ਅਧਰਮੀ ਸਨ ਨਾ ਲੋਕੀ ਭਾਵੇਂ ਉਹ ਕਾਜ਼ੀ ਸੀ ਭਾਵੇਂ ਉਹ ਉੱਥੇ ਦਾ ਹਾਕਮ ਸੀ ਉਹਨਾਂ ਨੇ ਉਹਨਾਂ ਅਧਰਮੀਆਂ ਦੇ ਅੱਗੇ ਧਰਮ ਤੇ ਰਾਹ ਤੇ ਚੱਲਦੇ ਹੋਏ ਆਪਣੇ ਜਾਨ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਪਰ ਭਾਈ ਈਨ ਨਹੀਂ ਮੰਨੀ। ਕਿਸੇ ਦਾ ਭੈ ਮੰਨਿਆ ਨਹੀਂ ਭਾਈ। ਇਹ ਹੈ ਉਸ ਅਕਾਲ ਪੁਰਖ ਦਾ ਜੋ ਨਿਰਭਉ ਹੈ ਜੋ ਨਿਰਵੈਰ ਹੈ। ਉਸ ਨਿਰਵੈਰ ਨਾਲ ਭਾਈ ਮਹਾਰਾਜ ਨੇ ਸਾਨੂੰ ਕਿਹਾ ਉਸ ਨਿਰਵੈਰ ਨਾਲ ਕਦੀ ਵੈਰ ਨਹੀਂ ਰਚਾਣਾ। ਦੇਖੋ ਬਾਣੀ ਵਿੱਚ ਇਹਦਾ ਅਰਥ ਹੈ ਉਸ ਅਕਾਲ ਪੁਰਖ ਦੇ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਕਦੀ ਉਹਦੇ ਕਿਸੇ ਵੀ ਹੁਕਮ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਭਾਈ। ਹੁਣ ਹੈ ਅਕਾਲ ਮੂਰਤ। ਇਹ ਹੁਣ ਮੂਰਤ ਹੈ। ਮੂਰਤ ਹੁੰਦਾ ਹੈ ਹਸਤੀ, ਮੂਰਤ ਹੁੰਦਾ ਹੈ ਸ਼ਕਤੀ, ਮੂਰਤ ਹੁੰਦਾ ਹੈ ਇਹ ਹੁਣ ਜਿਹੜਾ ਤੁਸੀਂ ਦੇਖੋ ਜਿਨ੍ਹਾਂ ਦੇ ਕੋਲ ਕਾਗਜ਼ ਹੈ ਸਾਹਮਣੇ ਜਿਹਦੇ ਵਿੱਚ ਇਹ ਮੂਲ ਮੰਤਰ ਲਿਖਿਆ ਹੋਇਆ ਤੁਸੀਂ ਦੇਖੋਗੇ ਕਿ 7 ਨਾਮ ਮੰਮੇ ਨੂੰ ਔਂਕੜ ਹੈ। ਕਰਤਾ ਪੁਰਖ ਸੇ ਖੱਖੇ ਨੂੰ ਔਂਕੜ ਹੈ। ਨਿਰਭਉ ਔਂਕੜ ਹੈ ਆਖਰੀ ਹੈ ਆਖਰੀ ਜਿਹੜਾ ਊੜਾ ਹੈ ਤੇ ਨਿਰਵੈਰ ਰਵੇ ਨੂੰ ਔਂਕੜ ਹੈ ਭਾਈ। ਪਰ ਅਕਾਲ ਦੇ ਲੱਲੇ ਨੂੰ ਔਂਕੜ ਕਿਉਂ ਨਹੀਂ ਹੈ? ਜੇ ਮਹਾਰਾਜ ਨੇ ਇੱਕ ਵਚਨ ਪੁਲਿੰਗ ਦੇ ਪਹਿਲੇ ਔਂਕੜਾਂ ਲਗਾਈਆਂ ਨੇ ਨਾਮ ਦੀ ਲਗਾਈ ਹੈ ਪੁਰਖ ਦੀ ਲਗਾਈ ਹੈ ਨਿਰਭਉ ਦੀ ਲਗਾਈ ਹੈ ਨਿਰਵੈਰ ਦੀ ਲਗਾਈ ਹੈ ਤੇ ਇੱਥੇ ਅਕਾਲ ਦੇ ਲੱਲੇ ਨੂੰ ਔਂਕੜ ਕਿਉਂ ਨਹੀਂ ਆਈ ਭਾਈ? ਸਾਡੇ ਜੇ ਬੱਚੇ ਕੱਲ ਨੂੰ ਜਦੋਂ ਅਸੀਂ ਬੱਚਿਆਂ ਨੂੰ ਜਪ ਦੀ ਬਾਣੀ ਪੜ੍ਹਨ ਵਾਸਤੇ ਪ੍ਰੇਰਿਤ ਕਰੀਏ ਤੇ ਪੜ੍ਹਨ
ਤੇ ਸਾਨੂੰ ਆ ਕੇ ਪੁੱਛਣ, ਪਿਤਾ ਜੀ ਮਾਤਾ ਜੀ ਮੈਨੂੰ ਦੱਸੋ ਕਿ ਇਹ ਲੱਲੇ ਨੂੰ ਔਂਕੜ ਕਿਉਂ ਨਹੀਂ ਲੱਗੀ, ਤਾਂ ਕੀ ਜਵਾਬ ਦਿਓਗੇ? ਭਾਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਣੀ ਦੇ ਵਿੱਚ ਔਂਕੜਾਂ ਦਾ, ਸਿਹਾਰਿਆਂ ਦਾ ਕੀ ਮਹੱਤਵ ਹੈ, ਕੀ ਮਤਲਬ ਹੈ। ਭਾਈ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਔਂਕੜ ਹੁੰਦੀ ਹੈ ਨਾ, ਉਹ ਇੱਕ ਵਚਨ ਪੁਲਿੰਗ ਦਾ ਜਿਹੜਾ ਹੈ ਲਖਾਇਕ ਹੁੰਦੀ ਹੈ, ਨਿਸ਼ਾਨੀ ਹੈ। 4 ਤਰੀਕਿਆਂ ਦੇ ਨਾਲ ਇਹ ਜਿਹੜੀ ਹੈ ਔਂਕੜ ਲੱਗ ਜਾਂਦੀ ਹੈ। ਪਹਿਲੀ ਹੁੰਦੀ ਹੈ ਇਸਤਰੀ ਲਿੰਗ ਭਾਵੇਂ ਨਾਮ ਹੋਵੇ ਭਾਵੇਂ ਉਹਦਾ ਵਿਸ਼ੇਸ਼ਣ ਹੋਵੇ। ਦੂਸਰਾ ਹੁੰਦਾ ਹੈ ਬਹੁਵਚਨ, ਤੀਸਰਾ ਹੁੰਦਾ ਹੈ ਸੰਬੰਧਕੀ ਪਦ, ਤੇ ਚੌਥਾ ਹੁੰਦਾ ਹੈ ਸੰਬੋਧਨ ਕਾਰਕ। ਕਹਿੰਦੇ ਨਾ, ਹੇ ਮਨ ਤੂੰ ਜੋਤ ਸਰੂਪ ਹੈ, ਉੱਥੇ ਨੰਨੇ ਨੂੰ ਔਂਕੜ ਨਹੀਂ ਹੈ। ਨਾਨਕ ਜਿੰਨੀ ਵਾਰ ਬਾਣੀ ਚ ਆਇਆ ਬਹੁਤਾਤ ਦੇ ਵਿੱਚ ਕਰਕੇ ਨੂੰ ਔਂਕੜ ਨਹੀਂ ਹੈ, ਹੇ ਨਾਨਕ। ਇਸ ਕਰਕੇ ਜਿਹੜਾ ਸੰਬੰਧਕੀ ਪਦ ਹੈ ਉਹ ਵੀ ਅੱਜ ਮੂਲ ਮੰਤਰ ਜਾਏਗਾ, ਤੁਹਾਨੂੰ ਸਮਝਾਵਾਂਗੇ। ਇੱਥੇ ਹੁਣ ਜਿਹੜੀ ਮੂਰਤੀ ਹੈ, ਮੂਰਤੀ ਇਸਤਰੀ ਲਿੰਗ ਹੈ, ਇਹਦਾ ਅਰਥ ਜਿਹੜਾ ਅਸੀਂ ਹਸਤੀ ਕੀਤਾ, ਹਸਤੀ ਵੀ ਇਸਤਰੀ ਲਿੰਗ ਹੈ। ਸੋ ਇਸਤਰੀ ਲਿੰਗ ਦਾ ਜਿਹੜਾ ਵਿਸ਼ੇਸ਼ਣ ਹੈ ਅਕਾਲ, ਉਹਨੂੰ ਵੀ ਭਾਈ ਔਂਕੜ ਹਟ ਗਈ ਹੈ। ਇਸ ਵਾਸਤੇ ਔਂਕੜ ਹਟੀ ਹੈ। ਅਕਾਲ ਉਹ ਐਸੀ ਮੂਰਤੀ ਹੈ ਜੋ ਅਕਾਲ ਹੈ, ऐसी हस्ती है जो अकाल है। इस करके भाई मूर्त का विशेषण होने करके अकाल दे लले दी औंकड़ हट गई है। ਹੁਣ ਤਾਂ ਭਾਈ ਜਿਹੜਾ ਪਰਮਾਤਮਾ ਹੈ ਨਾ, ਉਹ ਤੋਂ ਤਾਂ ਅਸੀਂ ਪੜਿਆ ਨਾ, ਉਹ ਤਾਂ ਭਾਈ ਹੈ ਵੀ ਹੋਸੀ ਹੈ ਨਾ, ਉਹ ਤਾਂ ਹਮੇਸ਼ਾ ਸੱਚ ਹੈ। ਤੇ ਜਿਹੜਾ ਹੈ ਪਰਮਾਤਮਾ ਇੱਕ ਓਂਕਾਰ ਜਿਹੜਾ ਹੈ ਉਹ ਅਨਾਦ ਹੈ, ਉਸ ਦਾ ਨਾ ਕੋਈ ਆਦ ਹੈ ਨਾ ਕੋਈ ਅੰਤ ਹੈ। ਇਹਦਾ ਮਤਲਬ ਉਹ ਕਾਲ ਦੇ ਅਧੀਨ ਨਹੀਂ, ਉਹ ਕਾਲ ਤੋਂ ਰਹਿਤ ਹੈ, ਕਾਲ ਉਹਦੇ ਅਧੀਨ ਹੈ, ਉਹ ਕਾਲ ਤੋਂ ਰਹਿਤ ਹੈ। ਕਾਲ ਦੇ 2 ਅਰਥ ਹੁੰਦੇ ਨੇ, ਇੱਕ ਕਾਲ ਹੁੰਦਾ ਮੌਤ, ਇੱਕ ਕਾਲ ਹੁੰਦਾ ਸਮਾਂ। ਨਾ ਉਹ ਸਮੇਂ ਦੇ ਅਧੀਨ ਹੈ ਨਾ ਉਹ ਮੌਤ ਦੇ ਅਧੀਨ ਹੈ। ਤੁਹਾਨੂੰ ਦੱਸਿਆ ਸੀ ਕਿ ਸਮਾਂ ਵੀ ਉਹਨੇ ਬਣਾਇਆ ਹੈ। ਜਦੋਂ ਉਹਨੇ ਸ੍ਰਿਸ਼ਟੀ ਰਚੀ ਹੈ ਨਾ, ਉਸ ਤੋਂ ਬਾਅਦ ਸਮਾਂ ਸ਼ੁਰੂ ਹੋਇਆ ਹੈ, ਕਾਲ ਸ਼ੁਰੂ ਹੋਇਆ ਹੈ। ਤੇ ਮੌਤ ਦਾ ਭਾਈ, ਉਹ ਮੌਤ ਦੇ ਬਾਰੇ ਤਾਂ ਤੁਹਾਨੂੰ ਦੱਸਿਆ ਕਿ ਉਹ ਤਾਂ ਭਾਈ ਜਿਹੜਾ ਹੈ ਜਾਪ ਸਾਹਿਬ ਦੇ ਵਿੱਚ ਨਾ ਸਾਨੂੰ ਦਸਮ ਪਾਤਸ਼ਾਹ ਦੀ ਬਾਣੀ ਹੈ, ਨਿਤ ਦੀ ਬਾਣੀ ਹੈ ਸਾਡੇ, ਤੇ ਮਹਾਰਾਜ ਕਹਿੰਦੇ ਨਮੋ ਕਾਲ ਕਾਲੇ। ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਾਲ ਦਾ ਵੀ ਕਾਲ ਹੈ। ਇਹ 2 ਵਾਰੀ ਆਇਆ, 23ਵੀਂ ਛੰਦ ਤੇ 45ਵੇਂ ਛੰਦ ਵਿੱਚ ਨਮੋ ਕਾਲ ਕਾਲ ਹੈ। ਫਿਰ ਆਇਆ 90 ਛੰਦ ਵਿੱਚ ਕਾਲਾਨ ਕਾਲ। ਭਾਈ ਤੂੰ ਤਾਂ ਮੌਤ ਦਾ ਵੀ ਕਾਲ ਹੈ, ਤੂੰ ਤਾਂ ਮੌਤ ਦੀ ਵੀ ਮੌਤ ਹੈ। ਭਾਵ ਕਾਲ ਮੌਤ ਤੇਰੇ ਹੀ ਹੁਕਮ ਦੇ ਵਿੱਚ ਜਿਹੜਾ ਹੈ ਉਹ ਕੰਮ ਕਰ ਰਹੀ ਹੈ। ਪ੍ਰਭੂ ਦੇ ਹੁਕਮ ਤੋਂ ਬਿਨਾ, ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਅੱਗੇ ਵੀ ਬਹੁਤ ਵਾਰੀ ਤੁਹਾਡੇ ਨਾਲ ਕੀਤਾ, ਜਦ ਤੱਕ ਸਵਾਸਾਂ ਦੀ ਪੂੰਜੀ ਤੁਹਾਡੀ ਸਲਾਮਤ ਹੈ ਨਾ, ਕੋਈ ਤੁਹਾਨੂੰ ਮਾਰ ਨਹੀਂ ਸਕਦਾ। ਜਿਸ ਵੇਲੇ ਸਵਾਸਾਂ ਦੀ ਪੂੰਜੀ ਮੁੱਕ ਜਾਣੀ ਹੈ, ਤੁਹਾਨੂੰ ਕੋਈ ਬਚਾ ਨਹੀਂ ਸਕਦਾ। ਇਸ ਕਰਕੇ ਭਾਈ ਉਹ ਜਿਹੜਾ ਅਕਾਲ ਹੈ ਨਾ, ਜਿਹੜਾ ਕਾਲ ਤੋਂ ਰਹਿਤ ਹੈ, ਉਹਦੇ ਅਧੀਨ ਹੈ ਕਾਲ, ਉਹਦੇ ਅਧੀਨ ਹੈ ਮੌਤ, ਉਹਦੇ ਅਧੀਨ ਹੈ ਸਮਾਂ, ਉਹਦੇ ਅਧੀਨ ਹੈ ਸਭ। ਮਹਾਰਾਜ ਨੇ ਕਿਹਾ ਬਾਣੀ ਦੇ ਵਿੱਚ, ਮਾਰੂ ਮਹਿਲਾ ਪਹਿਲਾ ਅੰਗ 1039 ਤੇ, ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ। ਤੇਰੇ ਸਿਰ ਉੱਪਰ ਕਾਲ ਨਹੀਂ ਹੈ, ਨਾ ਤੇਰੇ ਸਿਰ ਉੱਪਰ ਸਮਾਂ ਹੈ, ਨਾ ਤੇਰੇ ਸਿਰ ਉੱਪਰ ਮੌਤ ਹੈ। ਅਕਾਲ ਪੁਰਖ ਵਾਹਿਗੁਰੂ। ਤੇ ਮਾਰੂ ਮਹਿਲਾ ਪੰਜਵਾਂ ਦੇ ਵਿੱਚ ਵੀ 1083 ਅੰਗ ਤੇ ਪੰਜਵੇਂ ਪਾਤਸ਼ਾਹ ਨੇ ਕਿਹਾ, ਅਕਾਲ ਮੂਰਤ ਜਿਸ ਕਦੇ ਨਾ ਹੀ ਖੋ, ਉਹਨੂੰ ਕਦੇ ਵੀ ਮੌਤ ਦਾ ਭੈ ਨਹੀਂ ਹੈ। ਮੌਤ ਉਹਦਾ ਕੁਛ ਨਹੀਂ ਵਿਗਾੜ ਸਕਦੀ। ਕਿਉਂ? ਉਹ ਮੌਤ ਦਾ ਵੀ ਜਿਹੜਾ ਮਾਲਿਕ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸੋ ਉਹ ਐਸੀ ਹਸਤੀ ਹੈ ਭਾਈ, ਜਿਸ ਨੂੰ ਕੋਈ ਜਿਹੜਾ ਹੈ ਮਾਰ ਨਹੀਂ ਸਕਦਾ, ਕਿਉਂਕਿ ਉਹ ਜਨਮ ਮਰਨ ਦੇ ਵਿੱਚ ਹੈ ਹੀ ਨਹੀਂ, ਜੁਗਾ ਜੁਗਾ ਤੋਂ ਹੈ। ਉਹ ਸੱਤ ਹੈ। ਜਦੋਂ ਅਸੀਂ ਸੱਤ ਪੜਿਆ ਸੀ, ਕਈ ਅਰਥ ਕੀਤੇ ਕਿ ਉਹ ਹਮੇਸ਼ਾ ਹੈ,
जुगां ते शुरू होने दे विच भी वो तो पहले भी वो सी जो उन्हें आप शुरू कीते सारे सानू जो सब तू संभाल रहा है, सब कुछ कर रहा है, जो परलय होएगी सब कुछ मुकेगा और फिर एक हो जाएगा, अनेक है फिर एक है हो जाएगा, पर वो हमेशा रहेगा। सर वो जरा हमेशा एक रस व्यापक है, कार लगी सी ना जेड़े ओंकार वही कहते वो एक रस व्यापक है, हमेशा है भाई। इस करके ओनू काल दा कोई डर नहीं, ओनू ना समय दी ओनू कोई जेड़ी है समा ਉਹਦੇ ਵਾਸਤੇ ਕੋਈ ਨਾ ਉਹਦੇ ਜਿਹੜਾ ਹੈ ਬੁੱਢਾ ਹੁੰਦਾ ਹੈ, ਨਾ ਜਵਾਨ ਹੁੰਦਾ ਹੈ, ਨਾ ਉਹ ਜਨਮ ਬਨ ਵਿੱਚ ਆਉਂਦਾ ਹੈ, ਨਾ ਉਹਦੇ ਵਾਸਤੇ ਬੜਾ ਸੋਹਣਾ ਇੱਕ ਗੌਂਡ ਮਹਿਲਾ ਪੰਜਵਾਂ 868 ਅੰਕ ਤੇ ਹੈ। ਇਹਦੇ ਪਹਿਲੇ ਤਿੰਨ ਤੁਕਾਂ ਦੇ ਵਿੱਚ ਇਹ ਅਕਾਲ ਦੇ ਬਾਰੇ ਕਿਹਾ ਹੈ, ਉਸ ਤੋਂ ਬਾਅਦ ਅੱਗੇ ਫਿਰ ਜਿਹੜੇ ਸਾਡੇ ਅੱਗੇ ਸ਼ਬਦ ਆਣੇ ਨਾ ਮੂਲ ਮੰਤਰ ਉਹਦੇ ਬਾਰੇ ਵੀ ਮਹਾਰਾਜ ਨੇ ਦੱਸਿਆ। ਕਹਿੰਦੇ ਨੇ अचरज कथा महा अनूप परात्मा पार ब्रह्म का रूप है भाई। जीव आत्मा जिस एक ओंकार दा रूप है ना, आओ मैं तुहानू उहदे गुण दसदा हां। की कहंदे ने अगे, कहंदे ने राहो दा पता है परात्मा पार ब्रह्म का रूप, कहंदे ने ना यह बूढ़ा ना यह बाला। अकाल पुरख कदी बुढ़ा नहीं होता ना कदी बाल, मतलब दुख पैदा नहीं होता। ये तो भाई अपने आप तो है, वो अगे आएगा सहभंग, पर ये समा इनू कोई असर नहीं कर सकता। ना इस दुख नहीं जम जाला, जमा दा जाल भी इनू नहीं है भाई। असी सारे जमा दे जाल विच हाँ। एक ऐसी अदुक्ति हस्ती है भाई जम तो रहित है, जिन्हों अकाल क्या है, अकाल मूरत। वो कह रहे ने ना इस दुख इनू जन्म मरण का दुख नहीं है, ना नहीं जम जाला, ना ए बिन से ना ए जाए। इनू कोई बिनस बिनस मतलब इनू कोई मार नहीं सकता, इनू कोई खत्म नहीं कर सकता, इन्हें किधरे जाना नहीं। ये है भी होसी है आद जुगादी रहा समाए, यह अकार आद जुगादी जुगा जुगा तो है भाई। कहते ने ना इस उसन नहीं इस शीत, ना इस दुश्मन ना इस उम्मीद। कोई दुश्मन ही नहीं है, इस करके निर्वैर है, निर्भाव है, तब दुश्मन ही नहीं है। कहते ने ना इस हरख नहीं इस सोग, सब किछ इसका एक करने जो एदा हस। ये हमेशा एक रस रहिंदा है, इनू कोई खुशी गमी जड़ी है ना, ये अपने आप विच ही इनू जाप दे विच कहंदे सच दा आनंद। सदा जिहड़ा है वो सच है, सदा हमेशा सच है, अचेत नहीं है, चेतना वाला है और आनंद स्वरूप है, सच दा आनंद। ये भाई ओदा हमेशा आनंदित है, हमेशा एक रस व्यापक है। ना इस बाप नहीं इस माया, माया के मां वास्ते आया है, ਇਹਦਾ कोई मां नहीं, यदि कोई प्यो नहीं, क्योंकि ये किसे गर्भ जूनी विच पैदा नहीं होया, ਇਹਦਾ मां बाप कोई नहीं। ਇਹਨੂੰ ਗੁਰੂ ਨਾਨਕ ਪਾਤਸ਼ਾਹ ने बहुत सोहना समझाया है। मारू सोहले मेला पहला विच जग तिस की छाया जिस बाप ना माया। जग तिसकी छाया, सारा जग उस तो पैदा होया है जिहदा अपना मां प्यो नहीं, जिहड़ा जिहड़ा जन्मां विच नहीं है, मरना विच नहीं है, जिहड़ा भाई जन्म मरण तो रहित है। जग तिसकी छाया जिस बाप ना माया। एक गल पंचम पातशाह ने कही है भाई, ना इस बाप नहीं इस माया, ये अपरंपर होता आया। ये तो भाई रस व्यापक है, जुगा जुगंतरा तू सच है, आद सच जुगाद सच है भी सच, नानक उसी भी सच। पहला श्लोक है ना जपती बाणी का, वो सेम बिल्कुल है वही कहता है, ये अपरंपर होता आया, पाप उनका इस लेप न लागे, घट घट अंदर साधी जागे, तीन गुणा एक शक्त पाया। इन्हें पैदा की है माया, तीन गुणा वाली माया, त्रिगुणी माया इन्हें पैदा की है। महामाया ताकी छाया, कहते अछल अछेद अपेद दयाल, दीन दयाल सदा कृपाला है, तो कृपालु वाहिगुरु है, सदा कृपाल कृपा करता है, सबके पहले निर्वैर है, तो कृपालु वाहिगुरु है। सदा दीन दयाल सदा कृपाला, इसकी गतमित कछु ना पाए, नानक ताके बल बल जाए पाई। उदी आरला पारला बन्ना, उदी गत उदी उदियां
ਵਡਿਆਈਆਂ ਉਹਦੇ ਗੁਣਾਂ ਦਾ ਭਾਈ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉਹ ਤਾਂ ਬੇਅੰਤ ਹੈ ਭਾਈ। ਇਹ ਹੈ ਉਹ ਅਕਾਲ ਜਿਹੜਾ ਅਜੂਨੀ ਹੈ। ਕਹਿੰਦੇ ਨੇ ਅਕਾਲ ਮੂਰਤ ਹੈ, ਅਕਾਲ ਦੀ ਮੂਰਤ ਹੈ, ਜੂਨਾ ਵਿੱਚ ਨਹੀਂ ਹੈ। ਹੁਣ ਮਹਾਰਾਜ ਨੇ ਕਿਹਾ ਉਹ ਅਜੂਨੀ ਹੈ, ਕਿਉਂਕਿ ਜਨਮ ਮਰਨ ਵਿੱਚ ਨਹੀਂ ਹੈ। ਜੋ ਅਸੀਂ ਪਹਿਲੇ ਪੰਜ ਪਾਤਸ਼ਾਹ ਤਨ ਗੋਂਡ ਮਹਿਲਾ ਪੰਜਵਾਂ ਦੱਸਿਆ ਨਾ, ਉਹ ਜੂਨਾ ਵਿੱਚ ਨਹੀਂ ਆਂਦਾ। ਜਨਮ ਮਰਨ ਤੇ ਜੂਨਾ ਤੋਂ ਰਹਿਤ ਹੈ, ਕਦੇ ਗਰਭ ਵਿੱਚ ਨਹੀਂ ਆਉਣ ਵਾਲਾ ਹੈ ਭਾਈ। ਉਸ ਅਕਾਲ ਪੁਰਖ ਦੇ ਬਾਰੇ ਤਾਂ ਭਾਈ ਬਾਣੀ ਵਿੱਚ ਸਾਨੂੰ ਸਮਝਾਇਆ ਹੈ ਕਿ ਜਿਹੜਾ ਉਹ ਅਕਾਲ ਪੁਰਖ ਹੈ ਨਾ, ਉਹਨੂੰ ਪਰ ਕਿਹਾ ਮਹਾਰਾਜ ਨੇ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਤੇ ਇਹਨੂੰ ਦਸਮ ਪਾਤਸ਼ਾਹ ਨੇ ਕਿਹਾ ਭਾਈ ਸਦਾ ਏਕ ਜੋਤਿਅੰ, ਸਦਾ ਇੱਕ ਜੋਤ ਹੈ, ਅਜੂਨੀ ਸਰੂਪਨ। ਅਕਾਲ ਉਸਤਤੀ ਦਸਵੇਂ ਪਾਤਸ਼ਾਹ ਨੇ ਕਿਹਾ ਹੈ। ਤੇ ਸਾਨੂੰ ਭੈਰੋ ਮਹਿਲਾ ਪੰਜਵਾਂ ਵਿੱਚ 1136 ਅੰਕ ਤੇ ਪੰਜ ਪਾਤਸ਼ਾਹ ਦਾ ਬਹੁਤ ਸੋਹਣਾ ਉਪਦੇਸ਼ ਹੈ। ਸੁਣੋ ਜਰਾ। ਜਨਮ ਮਰਨ ਤੇ ਰਹਿਤ ਨਾਰਾਇਣ, ਅਕਾਲ ਪੁਰਖ ਵਾਹਿਗੁਰੂ ਇੱਕ ਓਂਕਾਰ। ਜਨਮ ਮਰਨ ਤੇ ਰਹਿਤ ਨਾਰਾਇਣ। ਹੁਣ ਅਗਲੀ ਅੱਗੇ ਤੁਕ ਆਂਦੀ ਇਸੇ ਸ਼ਬਦ ਦੇ ਵਿੱਚ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਜੇ ਕੋਈ ਕਹੇ ਨਾ ਕਿ ਅਕਾਲ ਪੁਰਖ ਜੋਨੀਆਂ ਵਿੱਚ ਆਂਦਾ ਹੈ, ਜੰਮਦਾ ਹੈ, ਮਰਦਾ ਹੈ, ਉਹ ਮਹਾਰਾਜ ਕਹਿੰਦੇ ਨੇ ਉਹਦਾ ਉਹ ਮੂੰਹ ਜਲ ਜਾਏ ਜਿਹੜਾ ਇਹੋ ਜਿਹੇ ਅਪ ਸ਼ਬਦ ਬੋਲੇ। ਫਿਰ ਕਹਿੰਦੇ ਨੇ ਜਨਮ ਨਾ ਮਰੇ। ਇਹ ਪੁਰਖ ਹੈ ਬੱਚਿਓ, ਇਹ ਮੇਰੇ ਭਾਈਓ ਭੈਣੋ ਭਰਾਵੋ ਸੁਣੋ, ਜਨਮ ਨਾ ਮਰੇ, ਨਾ ਆਵੇ ਨਾ ਜਾਏ, ਨਾ ਉਹ ਜੰਮਦਾ ਹੈ ਨਾ ਮਰਦਾ ਹੈ, ਉਹ ਆਵਣ ਜਾਵਣ ਦੇ ਗੇੜ ਵਿੱਚ ਨਹੀਂ ਹੈ। ਨਾਨਕ ਕਾ ਪ੍ਰਭ ਰਹਿਓ ਸਮਾਏ। ਨਾਨਕ ਦਾ ਪ੍ਰਭੂ, ਨਾਨਕ ਦਾ ਪਰਮਾਤਮਾ ਤਾਂ ਐਸਾ ਹੈ ਜਿਹੜਾ ਹਰ ਵਕਤ ਇੱਕ ਰਸ ਵਿਆਪਕ ਹੈ, ਯੁਗਾਂ ਯੁਗਾਂ ਵਿੱਚ ਸਮਾਇਆ ਹੋਇਆ ਹੈ, ਹਰੇਕ ਦੇ ਹਿਰਦੇ ਘਰ ਵਿੱਚ ਸਮਾਇਆ ਹੋਇਆ ਹੈ ਭਾਈ। ਤੇ ਭਾਈ ਇਸੇ ਤਰ੍ਹਾਂ ਹੀ ਅਸੀਂ ਸੋਦਰ ਵਿੱਚ ਪੜ੍ਹਨੇ ਆ ਰੋਜ਼ ਦੀ ਬਾਣੀ ਦੇ ਵਿੱਚ 9 ਅੰਕ ਤੇ, ਨਾ ਉਹ ਮਰੈ ਨਾ ਹੋਵੇ ਸੋ। ਉਹ ਮਰਦਾ ਹੀ ਨਹੀਂ ਭਾਈ, ਉਹ ਮੌਤ ਦੇ ਵਿੱਚ ਮੌਤ ਤੋਂ ਰਹਿਤ ਹੈ, ਮੌਤ ਉਹਦੇ ਅਧੀਨ ਹੈ। ਉਹ ਮੌਤ ਦੇ ਅਧੀਨ ਨਹੀਂ ਹੈ, ਸਾਰੀ ਸ੍ਰਿਸ਼ਟੀ ਮੌਤ ਦੇ ਅਧੀਨ ਹੈ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਿਆ ਕੰਮ। ਬਸ ਇੱਕੋ ਇੱਕ ਐਸੀ ਹਸਤੀ ਹੈ ਜਿਹੜੀ ਨਾ ਬਿਨਸ, ਜਿਹੜੀ ਉਪਜਦੀ ਵੀ ਨਹੀਂ, ਬਿਨਸਦੀ ਵੀ ਨਹੀਂ, ਜੋ ਆਪਣੇ ਆਪ ਨੂੰ ਹੈ। ਉਹਨੂੰ ਹੁਣ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਭਾਈ। ਇਹ ਜਿਹੜਾ ਸਾਨੂੰ ਸਮਝਾਇਆ ਕਬੀਰ ਜੀ ਦਾ ਬਹੁਤ ਸੋਹਣਾ ਸ਼ਬਦ ਹੈ ਗੋੜੀ ਰਾਗ ਦੇ ਵਿੱਚ 339 ਅੰਕ ਤੇ ਕਬੀਰ ਜੀ ਕਹਿ ਰਹੇ ਨੇ, ਸੰਕਟ ਨਹੀਂ ਪਰੇ। ਸੰਕਟ ਹੈ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦਾ, ਦੁੱਖਾਂ ਵਿੱਚ ਨਹੀਂ ਪੈਂਦਾ, ਜਨਮ ਦਾ ਦੁੱਖ ਮਰਨ ਦਾ ਦੁੱਖ ਨਹੀਂ ਸਹਿੰਦਾ। ਸੰਕਟ ਨਹੀਂ ਪਰੇ, ਜੋਨ ਨਹੀਂ ਆਵੇ, ਜੋਨਾਂ ਵਿੱਚ ਨਹੀਂ ਆਂਦਾ। ਨਾਮ ਨਿਰੰਜਨ ਜਾ ਕੋ ਰੇ, ਉਹਦਾ ਨਾਮ ਹੀ ਨਿਰੰਜਨ ਹੈ, ਮਾਇਆ ਦੇ ਕਾਲਮ ਤੋਂ ਰਹਿਤ ਹੈ, ਉਹ ਪਵਿੱਤਰ ਹੈ, ਉਹ ਸਤ ਹੈ। ਕਹਿੰਦੇ ਨੇ ਕਬੀਰ ਕੋ ਸੁਆਮੀ ਐਸੋ ਠਾकुर ਜਾ ਕੇ ਮਾਈ ਨਾ ਬਾਪੋ ਰੇ। ਭਾਈ ਕਬੀਰ ਦਾ ਜਿਹੜਾ ਸੁਆਮੀ ਹੈ ਨਾ, ਮਾਲਿਕ ਹੈ, ਪਰਮਾਤਮਾ ਹੈ, ਉਹ ਜਿਹੜਾ ਹੈ ਅਜੂਨੀ ਹੈ, ਉਹ ਜਨਮਾਂ ਵਿੱਚ ਮਰਨਾਂ ਵਿੱਚ ਨਹੀਂ ਹੈ, ਨਾ ਉਹਦਾ ਕੋਈ ਮਾਂ ਹੈ ਨਾ ਉਹਦੇ ਕੋਈ ਪਿਓ ਹੈ ਭਾਈ। ਇਸ ਕਰਕੇ ਬਾਣੀ ਵਿੱਚ ਕਿਹਾ ਫਿਰ ਉਹ ਕਿਸ ਤਰ੍ਹਾਂ ਹੈ, ਉਹ ਪਹਿਲੇ ਪਾਠ ਉਹ ਹੈ ਸੈਭੰਗ। ਸੈਭੰਗ ਦਾ ਹੈ ਸਵੰਭੂ, ਆਪਣੇ ਆਪ ਤੋਂ ਹੈ। ਉਹ ਕੀ ਹੈ, ਉਹ ਜੋਤ ਸਰੂਪ ਹੈ, ਉਹ ਜੋਤ ਹੈ, ਉਹ ਸੁਤੈ ਪ੍ਰਕਾਸ਼ ਹੈ, ਆਪਣੇ ਆਪ ਤੋਂ ਉਹਦਾ ਪ੍ਰਕਾਸ਼ ਹੋਇਆ ਹੈ। ਜਿਹਨੂੰ ਆਸਾ ਦੀ ਵਾਰ ਦੇ ਵਿੱਚ ਸਾਨੂੰ ਪਹਿਲੀ ਪੌੜੀ ਦੇ ਵਿੱਚ ਹੀ ਪਹਿਲੇ ਪਾਸੇ ਸਮਝਾਇਆ, ਆਪ ਹੀ ਨੇ ਆਪ ਸਾਜਿਓ ਸੈਭੰਗ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਉਹ ਇੱਕੋ ਇੱਕ ਹੈ ਭਾਈ, ਜਿਹੜਾ ਆਪਣੇ ਆਪ ਤੋਂ ਹੈ, ਸੁਤੇ ਪ੍ਰਕਾਸ਼ ਹੈ। ਉਹਨੇ ਭਾਈ ਆਪਣਾ ਪ੍ਰਕਾਸ਼ ਕਰਕੇ ਫਿਰ ਇਹ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ ਕੀਤਾ ਹੈ ਭਾਈ। ਇਸ ਕਰਕੇ ਉਹ ਕਹੇ ਉਹ ਸੈਭੰਗ ਹੈ, ਇਹਨੂੰ ਕਹਿੰਦੇ ਨੇ ਸਵੈੰਭੂ।
ਸੰਸਕ੍ਰਿਤ ਦਾ ਸ਼ਬਦ ਸਵੈੰਭੂ ਹੈ, ਉਹਨੂੰ ਭਾਈ ਜਿਹੜਾ ਹੈ ਉਹਨੂੰ ਬਾਣੀ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਣੀ ਦੇ ਵਿੱਚੋਂ ਕਿਵੇਂ ਮਹਾਰਾਜ ਨੇ ਸਾਨੂੰ ਕਿਸ ਜਗ੍ਹਾ ਸਮਝਾਇਆ ਹੈ ਭਾਈ ਕਿ ਉਹ ਆਪਣੇ ਆਪ ਤੋਂ ਹੈ, ਉਹ ਸਵੈੰਭੂ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਹੈ, ਅਸੀਂ ਕਰ ਚੁੱਕੇ ਹਾਂ। ਉਹ ਆਪਣੇ ਆਪ ਹੀ ਪ੍ਰਕਾਸ਼ ਸਰੂਪ ਹੈ, ਜੋਤ ਸਰੂਪ ਹੈ, ਉਹਦੀ ਜੋਤ ਸਭ ਦੇ ਵਿੱਚ ਵਰਤ ਰਹੀ ਹੈ। ਸਰਬ ਜੋਤ ਨਿਰੰਜਨ ਸੰਭੂ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ, ਪਰ ਉਹ ਆਪ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ, ਆਪਣੇ ਆਪ ਤੋਂ ਜੋਤ ਸਰੂਪ ਹੈ। ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ, ਗੁਜਰੀ ਮਹਿਲਾ ਪਹਿਲਾ ਵਿੱਚ 503 ਅੰਕ ਤੇ ਕਹਿ ਰਹੇ ਨੇ। ਤੇ ਮਹਾਰਾਜ ਨੇ ਕਿਹਾ ਫਿਰ ਸਤਨਾਸਰੀ ਮਹਿਲਾ ਪਹਿਲਾ ਸਾਡਾ ਜਿਹੜਾ ਆਰਤੀ ਦਾ ਸ਼ਬਦ ਹੈ ਨਾ, ਉਹਦੇ ਵਿੱਚ ਮਹਾਰਾਜ ਨੇ ਕਿਹਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਉਹਦੀ ਜੋਤ ਨੇ ਕਰਕੇ ਹੀ ਸਾਰਾ ਪ੍ਰਕਾਸ਼ ਹੋਇਆ ਹੈ, ਸਾਰੀ ਸ੍ਰਿਸ਼ਟੀ ਬਣੀ ਹੈ। ਉਹਦੀ ਜੋਤ ਦੇ ਕਰਕੇ ਹੀ ਸਾਡੇ ਅੰਦਰ ਜਿਹੜੀ ਹੈ ਉਹ ਸਾਡੀ ਜਿਹੜੀ ਆਤਮਾ ਆਈ ਹੈ ਨਾ, ਉਹ ਉਸ ਪਰਮਾਤਮਾ ਦੀ ਆਤਮਾ ਹੈ, ਉਹਦੀ ਜੋਤ ਹੈ ਭਾਈ। ਤੇ ਤਾਂ ਹੀ ਗੱਲ ਮਹਾਰਾਜ ਇਸ ਤਰ੍ਹਾਂ ਕਿਹਾ ਹੈ ਬਿਲਾਵਲ ਮਹਿਲਾ ਪਹਿਲਾ ਵਿੱਚ 843 ਅੰਕ ਤੇ ਕਹਿ ਰਹੇ ਨੇ ਜੋਤ ਸਬਾਈ ਹੈ, ਸਭ ਦੀ ਜੋਤ ਤੂੰ ਹੈ ਵਾਹਿਗੁਰੂ, ਜੋਤ ਸਬਾਈ ਹੈ ਤ੍ਰਿਭੁਵਨ ਸਾਰੇ, ਉਹ ਸਾਰੇ ਜਗਤ ਦੀ ਸੰਭਾਲਨਾ ਕਰ ਰਿਹਾ, ਪਾਲਣਾ ਕਰ ਰਿਹਾ। ਜੋਤ ਇੱਕੋ ਹੈ, ਉਹ ਜੋਤ ਉਸ ਅਕਾਲ ਪੁਰਖ ਦੀ ਆਪਣੀ ਜੋਤ ਹੈ ਭਾਈ। ਉਸ ਦੀ ਜੋਤ ਤੋਂ ਬਿਨਾ ਕੋਈ ਜਿਹੜਾ ਹੈ ਜੀ ਨਹੀਂ ਸਕਦਾ, ਉਸ ਦੀ ਜੋਤ ਤੋਂ ਬਿਨਾ ਕੋਈ ਜਿਹੜਾ ਹੈ ਉਹ ਜੀਵਨ ਨਹੀਂ ਮਾਣ ਸਕਦਾ ਭਾਈ। ਇਸ ਕਰਕੇ ਉਹ ਜਿਹੜਾ ਹੈ ਉਸ ਆਪਣੇ ਆਪ ਤੋਂ ਹੈ, ਪਰ ਉਹਦੇ ਅੰਦਰ ਸਾਰਿਆਂ ਦੀ ਜੋਤ ਜਿਹੜੀ ਹੈ ਉਹਦੇ ਥਰੂ ਉਹਦੇ ਕਰਕੇ ਹੈ, ਉਹਦੀ ਜੋਤ ਕਰਕੇ ਸਭ ਨੂੰ ਹੈ, ਇਹ ਹੈ ਉਹ ਜੋਤੀ ਮਿਲੀ ਹੈ। ਹੁਣ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਦੀਆਂ ਇੰਨੇ ਗੁਣ ਅਸੀਂ ਜਿਹੜੇ ਨੇ 3 ਦਿਨ ਤੋਂ ਅਸੀਂ ਉਹਦੇ ਗੁਣਾਂ ਦੀ ਵਿਚਾਰ ਕਰ ਰਹੇ ਹਾਂ, ਇਹ ਸਾਰੇ ਉਹਦੇ ਗੁਣ ਨੇ, ਉਹਨੂੰ ਕਿਵੇਂ ਪਾਇਆ ਜਾਏ ਭਾਈ? ਉਹ ਤਾਂ ਇੱਕ ਐਸੀ ਹਸਤੀ ਹੈ ਭਾਈ, ਉਹਨੂੰ ਪਾਣਾ ਤਾਂ ਭਾਈ ਬਹੁਤ ਔਖਾ ਹੈ, ਕਿਉਂਕਿ ਜਿਹੜਾ ਹੈ ਨਾ ਸਾਨੂੰ ਜਾਪ ਸਾਹਿਬ ਦੇ ਵਿੱਚ ਉਹਨੂੰ ਪਾਵਾਂਗੇ ਕਿਵੇਂ? ਉਹਦੀ ਤਾਂ ਭਾਈ ਕਹਿੰਦੇ ਨੇ ਨਾ, ਉਹਦੇ ਤਾਂ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਾ ਹਿੰਜੇ, ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ, ਉਹਦੇ ਬਾਰੇ ਕੋਈ ਕਹਿ ਨਹੀਂ ਸਕਦਾ ਕਿ ਉਹਦੀ ਕਿਹੋ ਜਿਹਾ ਉਹ ਹੈ, ਉਹਨੂੰ ਕਿਵੇਂ ਪਾਣਾ ਹੈ। ਸੋ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਸਮਝਾਇਆ ਹੈ ਭਾਈ ਉਹਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਹੈ, ਗੁਰ ਪ੍ਰਸਾਦ। ਹੁਣ ਇੱਥੇ ਵੀ ਦੇਖੋ ਗੁਰੂ ਦੇ ਰਵੇ ਨੂੰ ਔਂਕੜ ਨਹੀਂ ਹੈ, ਗੁਰ ਪ੍ਰਸਾਦ। ਪ੍ਰਸਾਦ ਹੁੰਦਾ ਹੈ ਕਿਰਪਾ ਦੁਆਰਾ। ਸੋ ਇਹਦਾ ਗੁਰ ਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ ਦੁਆਰਾ ਇੱਕ ਓਂਕਾਰ ਨੂੰ ਪਾਇਆ ਜਾ ਸਕਦਾ ਹੈ। ਤੋ ਜਿੱਥੇ ਸੰਬੰਧਕੀ ਪਦ ਦਾਦੇ ਦੀ ਭਾਵੇਂ ਲੁਪਤ ਹੋਵੇ, ਭਾਵੇਂ ਜਿਹੜਾ ਹੈ ਪ੍ਰਗਟ ਰੂਪ ਵਿੱਚ ਹੋਵੇ, ਔਰ ਜਿਹੜਾ ਹੈ ਔਂਕੜ ਹਟ ਜਾਂਦੀ ਹੈ। ਸੋ ਗੁਰੂ ਦੀ ਅੰਕਰ ਰਵੇ ਦੀ ਔਂਕੜ ਜਿਹੜੀ ਹੈ ਉਹ ਤਾਂ ਹਟੀ ਹੈ ਭਾਈ, ਕਿਉਂ? ਇਹਦੇ ਨਾਲ ਸੰਬੰਧਕੀ ਪਦ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਪ੍ਰਾਪਤ ਹੋ ਸਕਦਾ ਹੈ, ਇਹਨੂੰ ਪਾ ਸਕਦੇ ਹਾਂ। ਇਸ ਕਰਕੇ ਇਹਦੇ ਗੁਰੂ ਦੇ ਰਵੇ ਦੀ ਔਂਕੜ ਹਟ ਗਈ। ਸੋ ਤੁਹਾਨੂੰ ਹੁਣ ਔਂਕੜ ਦੇ ਦੋ ਜਿਹੜੇ ਨੇ ਅਰਥ ਤਾਂ ਕਿਵੇਂ ਔਂਕੜ ਹਟਦੀ ਹੈ ਸਮਝ ਆ ਗਏ ਨੇ। ਹੋਰ ਜਿਵੇਂ ਜਪਦੀ ਬਾਣੀ ਅੱਗੇ ਵਧਾਂਗੇ, ਹੋਰ ਵੀ ਅਸੀਂ ਨਾਲ ਦੇ ਨਾਲ ਇਹਦੇ ਹੋਰ ਜਿਹੜੇ ਉਪਯੋਗ ਹੁੰਦੇ ਨੇ, ਜਿੱਥੇ ਸੰਬੰਧਕੀ ਪਦ ਹੈ ਜਾਂ ਸੰਬੋਧਨ ਹੈ ਜਾਂ ਬਹੁਵਚਨ ਹੈ, ਉਹ ਦੱਸਾਂਗੇ ਤੁਹਾਨੂੰ। ਹੁਣ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹਨੂੰ ਇੱਕ ਗੱਲ ਹੱਥ ਜੋੜ ਕੇ ਬੇਨਤੀ ਹੈ, ਇਹਨੂੰ ਕਦੀ ਪ੍ਰਸ਼ਾਦ ਨਹੀਂ ਬੋਲਣਾ। ਸੰਗਤ ਦੇ ਵਿੱਚ ਕਈ ਲੋਕ ਹੀ ਨਾ ਪ੍ਰਸ਼ਾਦ ਕਹਿੰਦੇ ਨੇ, ਪ੍ਰਸ਼ਾਦ ਨਹੀਂ ਹੈ, ਪ੍ਰਸਾਦ ਹੈ। ਇੱਕ ਕਿਰਪਾ ਦੁਆਰਾ, ਉਹਦੀ ਕਿਰਪਾ ਦੁਆਰਾ ਪ੍ਰਸ਼ਾਦ ਬਾਣੀ ਵਿੱਚ 2 ਵਾਰੀ ਆਇਆ, ਮੈਂ ਤੁਹਾਨੂੰ ਦੱਸ ਦੇਣਾ। ਇੱਕ ਤੇ ਜਿਹੜਾ ਹੈ ਭਾਈ ਗੁਰਦਾਸ ਜੀ ਦਾ, ਭਾਈ ਰਵਿਦਾਸ ਜੀ ਦਾ ਸ਼ਲੋਕ ਹੈ ਗੋਂਡ ਬਾਣੀ, ਗੋਂਡ ਰਾਗ ਦੇ ਵਿੱਚ 835 ਰਵਿਦਾਸ ਜੀ, ਭਗਤ ਰਵਿਦਾਸ ਜੀ, ਉਹ ਕਹਿੰਦੇ ਨੇ ਜੇ ਉਹ ਅਨੇਕ ਪ੍ਰਸ਼ਾਦ ਕਰਾਵੇ, ਉੱਥੇ ਪ੍ਰਸ਼ਾਦ ਬੋਲਣਾ ਹੈ, ਉੱਥੇ ਪ੍ਰਸਾਦ ਨਹੀਂ ਬੋਲਣਾ, ਉੱਥੇ ਪ੍ਰਸ਼ਾਦ ਬੋਲਣਾ ਹੈ।
प्रसाद है कृपा, प्रसाद है भाई जिहड़ा प्रसाद जिहड़ा असीं कुछ भोजन छकाने हाँ या कोई चीज़ कराने वो प्रसाद है। ते दूसरा है गुरमुख पाइए नाम प्रसाद, नाम दा भोजन। बसंत महला तीजा, अंग 1174, सो अंग 835 और अंग 1174 ते सिर्फ 2 वारी ईश्वर इस तरह है जिन्हों प्रसाद बोलना है, वरना बाणी दे विच हमेशा असीं प्रसाद ही बोलना है। गुरु दी कृपा द्वारा प्राप्ति हो सकती है। हुण भाई जे गुरु दी कृपा द्वारा प्राप्ति हो सकती है तो सानू भाई इस गुरु दी कृपा किवें हुंदी है और गुरु किहड़ा करना है ये जरूर पता होना चाहिए, तां ही असीं अकाल पुरख नूं पा सकते हैं। हुण जिहड़ा गुरु दा जिहड़ा प्रसाद है ना, गुरु दी कृपा किवें वरतदी है ये सानू समझण वास्ते असीं बाणी दे विचों तुहाडे नाल सांझ पावांगे शब्दां दी। किवें महाराज ने कहा भई जिहड़ा असीं माज दी वार पढ़ी सी ना, जिहदा असीं विचार कर चुके हां तुहाडे नाल, 27 पौड़ियां ने ਉਹਦੀਆਂ ਉਹਦੇ ਵਿੱਚ ਜਿਹੜੀ ਪੌੜੀ 20 ਸੀ अंग 148 ਦੇ ਉੱਥੇ ਪੈਸੇ ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ। ਸੱਚ ਵਿੱਚ ਸਮਾਣਾ, ਸੱਚ ਹੈ ਇੱਕ ਓੰਕਾਰ, ਉਹਦੇ ਵਿੱਚ ਸਮਾਣਾ ਕਿਵੇਂ ਹੈ ਜੀ? ਗੁਰੂ ਦੀ ਕਿਰਪਾ ਦੁਆਰਾ ਗੁਰਬਾਣੀ ਨੂੰ ਬੁੱਝ ਕੇ ਸਮਝ ਕੇ ਗੁਰੂ ਦੇ ਬੋਲਾਂ ਨੂੰ ਹਿਰਦੇ ਘਰ 'ਚ ਵਸਾ ਕੇ ਹੀ ਸੱਚ ਵਿੱਚ ਸਮਾਇਆ ਜਾ ਸਕਦਾ ਹੈ। ਤੇ ਪੌੜੀ 25ਵੀਂ 25th ਪੌੜੀ ਵਿੱਚ ਕਿਹਾ ਸੀ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਜੇ ਸਤਿਗੁਰ ਜਿਹੜਾ ਹੈ ਸੱਚਾ ਗੁਰੂ ਜੇ ਕਿਰਪਾ ਦੇ ਘਰ ਵਿੱਚ ਆ ਜਾਏ, ਗੁਰ ਪ੍ਰਸਾਦ ਹੋ ਜਾਏ ਤਾਂ ਹੀ ਉਸ ਸੱਚ ਵਿੱਚ ਸਮਾਇਆ ਜਾ ਸਕਦਾ ਹੈ, ਸਚਿਆਰ ਹੋਇਆ ਜਾ ਸਕਦਾ ਹੈ, ਇੱਕ ਓੰਕਾਰ ਨੂੰ ਪਾਇਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਭਾਈ। ਹੁਣ ਬਾਣੀ ਵਿੱਚੋਂ ਅਸੀਂ ਕੁਝ ਸ਼ਬਦ ਲਵਾਂਗੇ, ਤੁਹਾਨੂੰ ਪਤਾ ਲੱਗੇ ਵੀ ਗੁਰਪ੍ਰਸਾਦ ਕਿਵੇਂ ਹੁੰਦਾ ਹੈ, ਗੁਰੂ ਕੀ ਕਰਦਾ ਹੈ ਭਾਈ ਜਿਹੜਾ ਪਰਮਾਤਮਾ ਨਾਲ ਮਿਲਾਪ ਕਰਾ ਦਿੰਦਾ ਹੈ। ਸਭ ਤੋਂ ਪਹਿਲੇ ਮਹਾਰਾਜ ਜੀ ਨੇ ਆਸਾ ਮਹਿਲਾ ਤੀਜਾ 364 ਅੰਕ ਤੇ ਮਾਰ ਕਹਿੰਦੇ ਨੇ ਗੁਰਪ੍ਰਸਾਦ ਅਗਿਆਨ ਬਿਨਾਸੇ। ਬਸ ਸਭ ਤੋਂ ਜਿਹੜਾ श्रेष्ठ, सब तो ਜਿਹੜਾ ਪਹਿਲਾ ਮੂਲ ਹੈ ਨਾ, ਗੁਰੂ ਕਿਵੇਂ ਕਿਰਪਾ ਕਰਦਾ ਹੈ, ਕਹਿੰਦੇ ਨੇ ਅਗਿਆਨ ਬਿਨਾਸੇ। ਸਾਡੇ ਅੰਦਰ ਜਿਹੜਾ ਅਗਿਆਨਤਾ ਦਾ ਅੰਧੇਰਾ ਹੈ ਨਾ ਉਹਨੂੰ ਗੁਰੂ ਕੱਟਦਾ ਹੈ। ਗੁਰੂ ਦਾ ਅਖਰੀ ਅਰਥ ਹੀ ਹੈ ਅੰਧੇਰੇ ਵਿੱਚ ਚਾਨਣ। ਸੋ ਗੁਰੂ ਜਿਹੜਾ ਹੈ ਕਿਰਪਾ ਕਰਕੇ ਸਾਡੇ ਅੰਦਰੋਂ ਅਗਿਆਨਤਾ ਦਾ ਜਿਹੜਾ ਅਗਿਆਨਤਾ ਦਾ ਹਨੇਰਾ ਮੁਕਾ ਦਿੰਦਾ ਹੈ। ਕਿਵੇਂ ਮੁਕਾਉਂਦਾ ਹੈ? ਉਹ ਬਾਣੀ ਦੇ ਨਾਲ ਸਾਨੂੰ ਜਿਹੜੀ ਬਾਣੀ ਜੋਤ ਅਕਾਲ ਪੁਰਖ ਦੀ ਬਾਣੀ ਹੈ ਨਾ, ਜਿਹੜੀ ਸਾਰੀ ਬਾਣੀ ਸਾਡੇ ਸੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪੂਰਾ ਜਿਹੜਾ ਹੈ ਉਹ ਸਾਡੇ ਅੰਦਰ ਗਿਆਨ ਜਗਾਉਣ ਵਾਸਤੇ ਸਾਡੇ ਕੋਲ ਬਾਣੀ ਹੈ ਭਾਈ। ਗੁਰ ਪ੍ਰਸਾਦ ਅਗਿਆਨ ਬਿਨਾਸੇ ਅੰਦਿਨ ਜਾਗੇ ਵੇਖੇ ਸੱਚ ਸੋਏ ਰਹਾਓ। ਕਹਿੰਦੇ ਨੇ ਕੀ ਕਰਦਾ ਗੁਰੂ? ਮੋਹ ਗੁਮਾਨ ਗੁਰ ਸ਼ਬਦ ਜਲਾਏ। ਗੁਰੂ ਦੇ ਸ਼ਬਦ ਨੂੰ ਹਿਰਦੇ ਘਰ 'ਚ ਵਸਾ ਕੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਸ਼ਬਦ ਨੂੰ ਗਾ ਕੇ ਸੁਣ ਕੇ ਤੇ ਆਪਣੇ ਜਦੋਂ ਨਾ ਮਨ ਬਚ ਕਰਮ ਕਰਕੇ ਹਿਰਦੇ ਘਰ 'ਚ ਗੁਰੂ ਦੇ ਸ਼ਬਦ ਨੂੰ ਵਸਾਵਾਂਗੇ ਨਾ ਤਾਂ ਸਭ ਤੋਂ ਪਹਿਲੇ ਕਹਿੰਦੇ ਨੇ ਮੋਹ ਮੁੱਕ ਜਾਂਦਾ, ਗੁਮਾਨ ਹੰਕਾਰ ਮੁੱਕ ਜਾਂਦਾ, ਮੈਂ ਮੁੱਕ ਜਾਂਦੀ ਹੈ। ਬਸ ਜੇ ਮੈਂ ਮੁੱਕ ਜਾਏ ਨਾ तू हो जाए, जिथे मैं नहीं है उसे तू है। तू तू करता तू हुआ, मुझ में ना रहा ना हूं। जब आपा पर का मिट गया, जब देखा तब तू, हर जगह मैं तेनू देखना। फिर मैं बस यही है तरीका हमें मुकानी है गुरु शब्द द्वारा। क्लियर था क्या? गुरु शब्द दद्दे नूं सियारी है, गुरु दे शब्द द्वारा ही हमें जलाई जा सकती है। पूरे गुर ते सोझी पाए, ये सोझी पैंदी तां है जे पूरा गुरु मिल पए। अंतर महल गुर शब्द पछाणे, अपने हिरदे घर दे विच ही अकाल पुरख नूं शब्द नूं जे पहचान लईए, शब्द दी चानन हो जाए तो अपने अंधेरे हिरदे घर विच जदों चानन हो जाए, अकाल पुरख प्रतख अपने हिरदे घर विचों जिहड़ा है दिख पैंदा है, मिलाप हो जाता है, मिला दिंदा है वाहिगुरू। आवन जान रहे फिर नाम समावै।
ਨਾਮ ਦੇ ਵਿੱਚ ਸਮਾ ਕੇ ਬੰਦਾ ਥਿਰ ਹੋ ਜਾਂਦਾ ਹੈ, ਉਹਦਾ ਆਮਨ ਜਾਮਨ ਦਾ ਗੇਟ ਮੁੱਕ ਜਾਂਦਾ ਹੈ ਭਾਈ। ਇਹ ਹੈ ਤਰੀਕਾ ਵੀ ਗੁਰੂ ਜਿਹੜਾ ਨਾ, ਗੁਰੂ ਕਿਵੇਂ ਸਾਨੂੰ ਸਮਝ ਹੋਣੀ ਚਾਹੀਦੀ ਹੈ ਭਾਈ, ਗੁਰੂ ਦਾ ਪ੍ਰਸਾਦ ਕਿਵੇਂ ਸਾਡੇ ਉੱਪਰ ਵਰਤੇਗਾ, ਕਿਵੇਂ ਗੁਰੂ ਦੇ ਕਿਰਪਾ ਦੇ ਪਾਤਰ ਬਣਾਂਗੇ ਭਾਈ। ਬਾਣੀ ਦੇ ਵਿੱਚ ਲਿਵਲੀਨ ਹੋ ਕੇ ਆਪਣੇ ਅੰਦਰ ਗੁਣ ਪ੍ਰਗਟ ਕਰਨੇ ਨੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਤੇ ਗੁਣ ਪ੍ਰਗਟ ਹੋਣੇ ਤਾਂ ਨੇ ਜੇ ਬਾਣੀ ਨੂੰ ਅਸੀਂ ਪੜਾਂਗੇ, ਬਾਣੀ ਨੂੰ ਅਪਣਾਵਾਂਗੇ। ਇਹ ਗੱਲ ਮਹਾਰਾਜ ਨੇ ਸਾਨੂੰ ਜਿਹੜਾ ਹੈ ਸ਼੍ਰੀ ਰਾਗ ਮਹਿਲਾ ਤੀਜਾ ਵਿੱਚ 29 ਅੰਕ ਤੇ ਕਹੀ ਹੈ, ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ। ਬਹੁਤ ਜ਼ਿਆਦਾ ਗਿਆਨ ਦਾ ਚਾਨਣ ਪ੍ਰਚੰਡ ਪੈਦਾ ਕੀਤਾ, ਅਗਿਆਨ ਅੰਧੇਰਾ ਜਾਏ। ਬਸ ਜਦੋਂ ਅਗਿਆਨਤਾ ਮੁੱਕ ਜਾਏ, ਹਿਰਦੇ ਘਰ ਦਾ ਅੰਧੇਰਾ ਮੁੱਕ ਜਾਏ, ਹਿਰਦੇ ਘਰ ਵਿੱਚੋਂ ਹੀ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਨੇ, ਇੱਕ ਓਂਕਾਰ ਦੇ ਦਰਸ਼ਨ ਹੋ ਜਾਂਦੇ ਨੇ। ਮਹਾਰਾਜ ਨੇ ਬਾਣੀ ਸਾਨੂੰ ਬਹੁਤ ਸਮਝਾਇਆ, ਬਹੁਤ ਸ਼ਬਦ ਸਤੋਲਨ ਕਰ ਚੁੱਕੇ ਹਾਂ। ਇਹ ਗੱਲ ਫਿਰ ਮੈਂ ਨੇ ਕਹੀ ਹੈ, ਗਿਆਨ ਪ੍ਰਵੇਸ਼ ਗੁਰੇ ਤਨ ਦੀਆ। ਆਸਾ ਭਗਤ ਤੰਨਾ ਜੀ ਦੀ ਬਾਣੀ ਹੈ 487 ਅੰਕ ਤੇ, ਗਿਆਨ ਦਾ ਪ੍ਰਵੇਸ਼ ਗੁਰੂ ਨੇ ਨਾਮ ਤਨ ਦਿੱਤਾ, ਤਾਂ ਗਿਆਨ ਦਾ ਪ੍ਰਵੇਸ਼ ਹੋਇਆ। ਕਹਿੰਦੇ ਧਿਆਨ ਮਾਨ ਮਨ ਏਕ ਮਏ, ਬਸ ਸ਼ਰਧਾ ਬਣ ਗਈ, ਸਾਡਾ ਮਨ ਮੰਨ ਗਿਆ, ਧਿਆਨ ਲੱਗ ਗਿਆ। ਤੇ ਕਹਿੰਦੇ ਨੇ ਮਨ ਏਕ ਮਏ, ਇੱਕ ਮਿਕ ਹੋ ਗਏ। ਪ੍ਰੇਮ ਭਗਤ ਮਾਨੀ ਸੁਖ ਜਾਣਿਆ। ਪ੍ਰੇਮਾ ਭਗਤੀ ਮੰਨ ਲਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮਾ ਭਗਤੀ ਜਿਹੜੀ ਹੈ ਨਾ, ਬਾਣੀ ਸਾਨੂੰ ਹਮੇਸ਼ਾ ਗੁਰੂ ਸਾਨੂੰ ਪ੍ਰੇਮਾ ਭਗਤੀ ਵਿੱਚ ਲਾਉਂਦਾ ਹੈ। ਬਸ ਪ੍ਰੇਮ ਭਗਤੀ ਮਾਨੀ ਸੁਖ ਜਾਣਿਆ, ਤ੍ਰਿਪਤ ਅਘਾਏ ਮੁਕਤ ਹੋਏ, ਮੁਕਤੀ ਹੋ ਜਾਂਦੀ ਹੈ। ਮੁਕਤੀ ਦਾ ਮਤਲਬ ਹੈ ਜਨਮ ਮਰਨ ਦਾ ਗੇਟ ਮੁੱਕ ਜਾਂਦਾ ਹੈ, ਪ੍ਰਭੂ ਦੇ ਚਰਨਾਂ ਦੇ ਵਿੱਚ ਨਿਵਾਸ ਮਿਲ ਜਾਂਦਾ ਹੈ ਭਾਈ। ਇਹ ਗੁਰ ਪ੍ਰਸਾਦ ਹੈ, ਇਸ ਤਰ੍ਹਾਂ ਵਰਤਦਾ ਹੈ। ਬਾਣੀ ਵਿੱਚ ਬਹੁਤ ਵਾਰੀ ਆਇਆ ਸ੍ਰੀ ਰਾਗ ਮਹਿਲਾ, ਸ੍ਰੀ ਭਗਤ ਸ੍ਰੀ ਰਾਗ ਦੇ ਜਿਹੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਗੁਰ ਪ੍ਰਸਾਦ ਅੰਤਰ ਲਿਵ ਲਾ ਗਿਆ, ਅੰਤਰ ਲਿਵ ਲੱਗ ਜਾਂਦੀ ਹੈ। ਫਿਰ ਕਿਹਾ ਹੈ ਸ੍ਰੀ ਰਾਗ ਮਹਿਲਾ ਤੀਜਾ 36 ਅੰਕ ਤੇ, ਗੁਰ ਪ੍ਰਸਾਦੀ ਬੂਝੀਏ ਤਾਂ ਪਾਏ ਮੋਖ ਦਵਾਰ, ਮੁਕਤੀ ਦਾ ਦਵਾਰ ਮਿਲ ਜਾਂਦਾ ਹੈ। ਸ੍ਰੀ ਰਾਗ ਮਹਿਲਾ ਤੀਜਾ 30 ਅੰਕ ਤੇ ਹੈ, ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਭਾਈ ਇਹ ਤਰੀਕਾ ਸਾਨੂੰ ਦੱਸਿਆ ਹੈ। ਹੁਣ ਮੈਂ ਇੱਕ ਸ਼ਬਦ ਦੱਸ ਰਿਹਾ ਤੁਹਾਨੂੰ, ਜੋ ਬਸੰਤ ਮਹਿਲਾ ਤੀਜਾ ਵੀ ਤੀਸਰੇ ਪਾਤਸ਼ਾਹ ਨੇ ਬਹੁਤ ਕਮਾਲ ਦਾ ਦੱਸਿਆ ਹੈ। ਗੁਰ ਪ੍ਰਸਾਦ ਲਾਗੇ ਨਾਮ ਸਵਾਦ, ਗੁਰੂ ਦੀ ਕਿਰਪਾ ਨਾਲ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਜਿਹੜੀ ਚੀਜ਼ ਮਿੱਠੀ ਲੱਗ ਜਾਏ ਨਾ, ਬੰਦਾ ਕਹਿੰਦਾ ਉਹ ਤਾਂ ਹੋਰ, ਹਮੇਸ਼ਾ ਬੰਦਾ ਮਿੱਠੀ ਚੀਜ਼ ਮੰਗਦਾ ਹੈ, ਮੈਨੂੰ ਹੋਰ ਚੀਜ਼ ਦਿਓ। ਮਿੱਠਾ ਖਾਓ ਨਾ, ਕਹਿੰਦਾ ਨਹੀਂ ਹੋਰ ਮੈਨੂੰ ਚਾਹੀਦਾ, ਮੈਨੂੰ ਹੋਰ ਚਾਹੀਦਾ। ਬਸ ਜਿਹੜੀ ਚੀਜ਼ ਮਿੱਠੀ ਲੱਗਣ ਲੱਗ ਪਵੇ ਨਾ, ਫਿਰ ਬੰਦੇ ਦੀ ਰੁਚੀ ਉਸ ਚੀਜ਼ ਵੱਲ ਵੱਧ ਜਾਏਗੀ, ਉਸ ਚੀਜ਼ ਵਾਲੀ ਰਹੇਗੀ ਭਾਈ। ਗੁਰ ਪ੍ਰਸਾਦ ਲਾਗੇ ਨਾਮ ਸਵਾਦ, ਕਾਹੇ ਜਨਮ ਗਵਾਵੋ ਵੈਰਵਾਦ ਹੋਏ। ਕਿਉਂ ਵੈਰਵਾਦ ਦੇ ਵਿੱਚ, ਵੈਰ ਵਿਰੋਧਾਂ ਦੇ ਵਿੱਚ ਲੱਗੇ ਹੋਏ ਹੋ? ਉਹਦੇ ਨਾਮ ਦੇ ਸਵਾਦ ਦੇ ਵਿੱਚ ਲਿਵਲੀਨ ਹੋ ਜਾਓ, ਨਿਰਵੈਰ ਹੋ ਕੇ ਜਿਹੜਾ ਹੈ, ਨਿਰਭਉ ਹੋ ਕੇ, ਨਿਰਵੈਰ ਹੋ ਕੇ ਭਾਈ ਉਸ ਅਕਾਲ ਪੁਰਖ ਨੂੰ, ਉਹਦੇ ਨਾਮ ਦੇ ਵਿੱਚ ਲਿਵਲੀਨ ਹੋ ਜਾਓ। ਕੀ ਹੋਏਗਾ ਜੀ? ਕਹਿੰਦੇ ਨੇ ਗੁਰ ਕਿਰਪਾ ਕੀਨੀ ਚੂਕਾ ਅਭਿਮਾਨ। ਬਸ ਜਦੋਂ ਕਿਸੇ ਨਾਲ ਵੈਰ ਨਹੀਂ, ਵਿਰੋਧ ਨਹੀਂ, ਭਰਮ ਨਹੀਂ, ਡਰ ਨਹੀਂ, ਆਪਣੇ ਅੰਦਰੋਂ ਵੀ ਜੋ ਕੀਤਾ ਸੋ ਗੁਰੂ ਜੀ ਨੇ ਕੀਤਾ ਹੈ, ਅਭਿਮਾਨ ਮੁੱਕ ਜਾਏਗਾ ਕਿ ਮੈਂ ਕੁਛ ਕਰਨ ਵਾਲਾ ਨਹੀਂ ਭਾਈ। ਸਹਿਜ ਭਾਏ ਪਾਇਆ ਹਰ ਨਾਮ, ਸਹਿਜ ਦੀ ਅਵਸਥਾ ਦੇ ਵਿੱਚ ਹਰੀ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਭਾਈ। ਅਸੀਂ ਜਿਹੜਾ ਨਾ ਸ੍ਰੀ ਰਾਗ, ਜਦੋਂ ਅਸੀਂ ਤੁਹਾਡੇ ਨਾਲ ਬਾਣੀ ਕੀਤੀ ਹੈ, ਮਾਝ ਦੀ ਜਿਹੜੀ ਬਾਣੀ ਕੀਤੀ ਹੈ, ਮਾਝ ਵਾਰ ਦੀ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਵਾਰ ਸਾਨੂੰ ਸਮਝਾਇਆ ਭਾਈ ਉਹ ਗੁਰ ਪ੍ਰਸਾਦ ਕਿਵੇਂ ਵਰਤਦਾ ਹੈ। ਉਹ ਸੱਚੇ ਗੁਰੂ ਨਾਲ ਪਿਆਰ ਪਾਣਾ ਹੈ, ਉਹ ਸੱਚੇ ਗੁਰੂ ਨੂੰ ਹੀ ਜਿਹੜਾ ਹੈ ਅਸੀਂ ਅਪਣਾਉਣਾ ਹੈ। ਉਸ ਸੱਚੇ ਗੁਰੂ ਬਾਰੇ ਬਾਣੀ ਦੇ ਵਿੱਚ ਸਾਨੂੰ ਬਹੁਤ ਵਾਰ ਪਾਤਸ਼ਾਹ ਨੇ ਸਮਝਾਇਆ ਹੈ। ਅਸੀਂ ਜਿਹੜਾ ਹੈ ਉਸ ਚੀਜ਼ ਨੂੰ ਸਮਝਣਾ ਹੈ ਤੇ ਉਸ ਦੇ ਉੱਪਰ ਭਾਈ ਜਿਹੜਾ ਹੈ ਅਸੀਂ
विचार करना है तो उसनू ही पाना है भाई, होर कोई तरीका नहीं जे उस सच नू पाण दा। पर सच्चा गुरु सानू दिता है, सानू पहले पातशाह ने समझाया भाई, सच्चा गुरु जब तक ना मिले तक भाई तुहाडी कोई भी चीज जिहड़ी है, गुरु जब कच्चा होएगा तो भाई कोई नहीं, सच्चे गुरु तो ही सानू सब कुछ मिलना है भाई। आओ हुण असीं देखांगे भाई सच्चाई। ਅਸੀਂ ਮਾਝਵਾਰ ਸ਼ੁਰੂ ਕੀਤੀ ਸੀ ਅੰਗ 137 ਤੇ ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ। ਗੁਰੂ ਦੇ ਦੱਸ ਰਹੇ ਨੇ ਕਿ ਸੱਚਾ ਗੁਰੂ ਕੌਣ ਹੈ, ਕਹਿੰਦੇ ਨੇ ਗੁਰ ਦਾਤਾ, ਗੁਰ ਹਿਵੈ ਘਰ, ਗੁਰੂ ਨਾਮ ਦਾ ਦਾਤਾ ਹੈ। ਹਿਵੈ ਘਰ ਹੁੰਦਾ ਹੈ ਸ਼ਾਂਤੀ। ਸਾਨੂੰ ਸਾਡੇ ਅੰਦਰ ਜਿਹੜਾ ਨਾ ਜਿੰਨੀਆਂ ਚਿੰਤਾ, ਵੈਰ, ਵਿਰੋਧ, ਸਾਡੇ ਅੰਦਰ ਹਉਮੈ, ਅਹੰਕਾਰ ਕਰਕੇ ਜਿਹੜੀ ਅਸ਼ਾਂਤੀ ਹੋਈ ਹੈ ਨਾ, ਜਿਹੜੀ ਲੋਭ, ਕੋਪ ਨਦੀਆਂ ਸਨ, ਕਿਹੜੀਆਂ ਦੱਸਿਆ ਸਨ, ਇਹ ਸਾਰੀਆਂ ਨਦੀਆਂ ਜੇ ਚਾਰਾਂ ਸਨ ਨਾ, ਜਦੋਂ ਇਹ ਜਦ ਤੱਕ ਇਹਨਾਂ ਸ਼ਾਂਤ ਹੋ ਜਾਂਦੀਆਂ ਨੇ ਨਾ, ਤਾਂ ਹੀ ਅੰਦਰੋਂ ਜਿਹੜਾ ਹੈ ਗਿਆਨ ਜਿਹੜਾ ਹੈ ਪੈਦਾ ਹੁੰਦਾ। ਜੇ ਅੰਦਰ ਹਿੰਸਾ, ਲੋਭ, ਹੇਤ, ਇਹ ਨਦੀਆਂ ਅੱਗ ਵਾਲੀਆਂ ਹੋਣ ਨਾ, ਕਦੇ ਵੀ ਸ਼ਾਂਤੀ ਨਹੀਂ ਹੋ ਸਕਦੀ। ਸੋ ਪਹਿਲੇ ਪਾਤਸ਼ਾਹ ਤੁਹਾਨੂੰ ਪਹਿਲੇ कहते थे ਜਿਹੜਾ ਸੱਚਾ ਗੁਰੂ ਹੈ ਨਾ, ਉਹ ਦਾਤਾ ਹੈ ਨਾਮ ਦਾ, ਸੱਚਾ ਗੁਰੂ ਹੈ ਸ਼ਾਂਤੀ ਦਾ ਦਾਤਾ ਹੈ, ਹਿਵੇ ਘਰ ਹੈ, ਸ਼ਾਂਤੀ ਦਾ ਘਰ ਹੈ, ਗੁਰ ਦੀਪਕ, ਗਿਆਨ ਦਾ ਦੀਪਕ ਹੈ। ਤਹ ਲੋਏ, ਤਿੰਨਾਂ ਲੋਕਾਂ ਦੇ ਵਿੱਚ ਉਹਦਾ ਗਿਆਨ ਜਿਹੜਾ ਹੈ ਉਹ ਫੈਲਿਆ ਹੋਇਆ ਹੈ। ਅਮਰ ਪਦਾਰਥ ਨਾਨਕਾ, ਅਮਰ ਪਦਾਰਥ ਹੈ ਨਾਮ ਪਦਾਰਥ, ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ। बस मन मन जाए, साडा मन मनदा नहीं, साडा मन सिर्फ मंगदा है। जब तक साडी मंग पूरी हो जाए, साडा गुरु बड़ा चंगा है। जो साडी मंग पूरी ना होए, असी गुरु नूं जिहड़ा है बोल बोलदे कहंदे नहीं, बस मन मानिए तां ही सुख होना है। ते ऐसे गुरु बारे सानू बाणी दे विच महाराज ने कहा भाई, गुरु ऐसा होना चाहिए है जिहड़ा आप खुद पहुंचा होया होवे। गुरु नानक पातशाह ने अपने ऊपर ना फर्स्ट पर्सन की बाणी लिख थान समझाया सी कि ऐसा गुरु ना होवे। 140 अंग ते श्लोक है पहले पातशाह का, महला पहला, आप ना बुझा लोक बुझाई ऐसा आगू होवा। आप तो मैं परमात्मा का उपदेश बुझिया नहीं, परमात्मा के उपदेश के उपर मैं अपना जीवन जाच नहीं बनाई, तो मैं लोगों नू समझाई जावां, लोग बुझाई, लोगों नू कही जावां कि भाई माया जिहड़ी है वो नागनी है, पर मैं आप सिर्फ ते सिर्फ माया दे प्यार विच काम करदा होवां, माया इकट्ठी करदा होवां, भावें किसी तरीके नाल इकट्ठी करां, भाई फिर ऐसा आगू नहीं चाहिए। आप ना बुझा लोक बुझाई ऐसा आगू होवा, नानक है नानक आख। बड़ा कमाल की गल है, अंधा होए कै दसे राहे। जे गुरु ही अन्ना है, माफ करना मैं नहीं कह रहा, पहले पातशाह का मैं तुहानू रेफरेंस दे दिता है। 140 अंग ते महला पहला श्लोक है, नानक अंधा होए कै दसे राहे। जे अंधे गुरु दे दसे हुए राह ते चलोगे, सबस मोहाए साथे, ओदे सारे साथी जेड़े ने ना, ओदे जिन्ने जेड़े ओदे गुरु दे साथ जेड़ा चल रहे ने, वो आप भी डूब जाएंगे, क्योंकि गुरु आप डूबा पिया, अन्ना गुरु है भाई। इस करके सानू तां दूसरे पातशाह ने ना, जो आखिरी पौड़ी 150 अंग ते तुहाडे नाल एक श्लोक सी, दूसरे पातशाह का श्लोक सी। दूसरे पातशाह का श्लोक बहुत कमाल का सी, तां भी तुहानू मैं उस श्लोक बारे बहुत समा ला के समझा समझाने की कोशिश की सी। मारे कहते हैं श्लोक महला दूजा, दूसरे पातशाह कह रहे ने, दीख्या आख बुझाया सिफती सच समय हो। दीख्या हुंदा है इत्थे जो अर्थ कीता सी, असीं दीख्या दसना पई जो नामदान है। वैसे दीख्या होंदा जदों भी किसी धर्म के विच प्रवेश करो ना, उत्थे दा जिहड़ा गुरु ने वो
ਦੱਸਦੇ ਨੇ ਵੀ ਕਿਵੇਂ ਇਸ ਧਰਮ ਦੇ ਵਿੱਚ ਕਿਵੇਂ ਕਿਵੇਂ ਕੀ ਕੰਮ ਕਰਨਾ ਹੈ, ਕਿਵੇਂ ਤੇ ਉਹ ਦੇਖਿਆ। ਪਰ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਦੂਸਰੇ ਪਾਤਸ਼ਾਹ ਕਹਿੰਦੇ ਨਾਨਕ ਪਾਤਸ਼ਾਹ ਨੇ ਜਰੂਰ ਦਿਖਾ ਦਿੱਤੀ ਤੇ ਆਖ ਕੇ ਬੁਝਾਇਆ ਸਮਝਾਇਆ ਕਿ ਸਿਫਤੀ ਸੱਚ ਸਮਿਓ। ਇੱਕੋ ਸਿੱਧੀ ਗੱਲ ਦੱਸੀ ਕਿ ਜਦ ਤੱਕ ਪਰਮਾਤਮਾ ਦੇ ਗੁਣ ਨਹੀਂ ਗਾਓਗੇ, ਜਦ ਤੱਕ ਬਾਣੀ ਦੇ ਵਿੱਚ ਨਹੀਂ ਆਪਣਾ ਗਾਵੀਆ ਸੁਣੀਏ ਮਨ ਰੱਖੀਏ ਭਾਵ ਕਰੋਗੇ, ਸੱਚ ਵਿੱਚ ਨਹੀਂ ਸਮਾ ਸਕੋਗੇ, ਸੱਚ ਵਿੱਚ ਤੁਹਾਡੀ ਸਮਾਈ ਨਹੀਂ ਹੋਏਗੀ। ਹੁਣ ਦੂਸਰੇ ਪਾਤਸ਼ਾਹ ਕਹਿੰਦੇ ਤਿੰਨ ਕੋ ਕਿਆ ਉਪਦੇਸ਼ੀਏ, ਉਹਨਾਂ ਨੂੰ ਹੋਰ ਕਿਸੇ ਉਪਦੇਸ਼ ਦੀ ਕੀ ਲੋੜ ਹੈ। ਜਿਨ ਗੁਰੂ ਨਾਨਕ ਦਿਓ, ਜਿਨ੍ਹਾਂ ਦਾ ਗੁਰੂਦੇਵ ਗੁਰੂ ਨਾਨਕ ਹੈ, ਉਹਨਾਂ ਨੂੰ ਕਿਸੇ ਹੋਰ ਗੁਰੂ ਦੀ ਲੋੜ ਨਹੀਂ ਭਾਈ, ਉਹਨਾਂ ਨੂੰ ਕਿਸੇ ਹੋਰ ਗੁਰੂ ਦੇ ਉਪਦੇਸ਼ ਦੀ ਲੋੜ ਨਹੀਂ, ਕਿਉਂਕਿ ਸਾਡਾ ਗੁਰੂ ਨਾਨਕ ਸਾਨੂੰ ਸੱਚਾ ਉਪਦੇਸ਼, ਸੱਚ ਦਾ ਉਪਦੇਸ਼, ਸੱਚ ਦੀ ਬਾਣੀ ਅਕਾਲ ਦੇ ਬੋਲਾਂ ਨਾਲ ਲਗਾਉਂਦਾ ਹੈ ਭਾਈ। ਅਕਾਲ ਦੇ ਬੋਲਾਂ ਨਾਲ ਸਾਨੂੰ ਸਮਝਾਉਂਦਾ ਹੈ, ਸਾਡੇ ਤੇ ਗੁਰ ਪ੍ਰਸਾਦ ਕਰਦਾ ਹੈ, ਕਿਰਪਾ ਕਰਦਾ ਹੈ, ਸਾਡੇ ਅੰਦਰੋਂ ਹਉਮੈ ਕੱਢਦਾ ਹੈ, ਸਾਡੇ ਅੰਦਰੋਂ ਅਹੰਕਾਰ ਕੱਢਦਾ ਹੈ, ਸਾਡੇ ਅੰਦਰੋਂ ਆਪਾ ਭਾਵ ਕੱਢਦਾ ਹੈ ਭਾਈ। ਸੋ ਸਾਡੇ ਵਰਗੇ ਜਿਨ੍ਹਾਂ ਭਾਗਾਂ ਵਾਲੇ ਲੋਕਾਂ ਨੂੰ ਤਾਂ ਭਾਈ ਕਿਸੇ ਹੋਰ ਗੁਰੂ ਦੀ ਲੋੜ ਨਹੀਂ, ਢੂੰਡਣ ਦੀ ਲੋੜ ਨਹੀਂ। ਦੂਸਰੇ ਪਾਤਸ਼ਾਹ ਕਹਿ ਰਹੇ ਨੇ ਭਾਈ ਜਿਨ੍ਹਾਂ ਦਾ ਗੁਰੂ ਨਾਨਕ ਦਿਓ ਹੋਵੇ, ਉਹਨਾਂ ਨੂੰ ਹੋਰ ਕਿਸੇ ਸੱਚ ਗੁਰੂ ਦੀ ਲੋੜ ਨਹੀਂ। ਸੋ ਇਹ ਅਵਸਥਾ ਜੇ ਸਾਡੀ ਬਣ ਜਾਏ, ਅਸੀਂ ਸੱਚੇ ਗੁਰੂ ਨਾਲ ਪਿਆਰ ਪਾ ਲਈਏ, ਸਾਡੇ ਕੋਲ ਸੱਚਾ ਗੁਰੂ ਗ੍ਰੰਥ ਸਾਹਿਬ ਨੂੰ ਛੋੜ ਕੇ ਭਾਈ ਹੋਰ ਕਿਸੇ ਗੁਰੂ ਨੂੰ ਢੂੰਡਣ ਦੀ ਲੋੜ ਨਹੀਂ। ਦੂਸਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਭਾਈ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਜਿਹੜੇ ਪੰਜਮ ਪਾਤਸ਼ਾਹ ਨੇ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਰੂਪ ਦੇ ਵਿੱਚ ਜਿਨ੍ਹਾਂ ਨੂੰ ਸੰਗਠਨ ਕੀਤਾ, ਸੰਪਾਦਨਾ ਕੀਤੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੂੰ ਗੁਰਿਆਈ ਥਾਪੀ ਪਾਈ, ਸਾਨੂੰ ਤਾਂ ਉਸ ਗੁਰੂ ਨੂੰ ਛੱਡ ਕੇ ਕਿਧਰੇ ਹੋਰ ਗੁਰੂ ਕੋਲ ਜਾਣ ਦੀ ਲੋੜ ਨਹੀਂ। ਹੁਣ ਐਸੇ ਗੁਰੂ ਜਦੋਂ ਨਾ ਉਹ ਮਿਲਾਪ ਕਰਾ ਦਿੰਦੇ ਨੇ। ਸਿਰਾਗ ਮਹਿਲਾ ਚੌਥਾ ਅੰਗ 78 ਤੇ ਇੱਕ ਸ਼ਬਦ ਹੈ, ਮੈਂ ਉਹਦੇ ਦੱਸਿਆ ਪਈ, ਵਿਵਾਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਭਾਈ ਇੱਕ ਜੀਵ ਇਸਤਰੀ ਕਹਿ ਰਹੀ ਹੈ ਮੇਰਾ ਮੇਰੇ ਪ੍ਰਭੂ ਪਤੀ ਨਾਲ ਵਿਆਹ ਹੋ ਗਿਆ ਹੈ, ਮਿਲਾਪ ਹੋ ਗਿਆ। ਪ੍ਰਭੂ ਪਤੀ ਕਿਹੜਾ ਹੈ? ਇੱਕ ਓਂਕਾਰ ਨਾਲ। ਤੇ ਭਾਈ ਦੱਸਿਆ ਉਹਨੇ ਕਿਵੇਂ ਮੈਨੂੰ ਇਹ ਪ੍ਰਭੂ ਪਤੀ ਮਿਲਿਆ। ਸੋ ਸਾਡੇ ਵਾਸਤੇ ਭਾਈ ਪੂਰਨੇ ਪਾਏ ਨੇ, ਇਹ ਸੱਚਾ ਗੁਰੂ ਹੈ, ਇਹ ਗੁਰੂ ਉਪਦੇਸ਼ ਹੈ, ਇਹ ਗੁਰੂ ਪ੍ਰਸਾਦ ਹੈ, ਇਸ ਤਰ੍ਹਾਂ ਵਰਤਦਾ ਹੈ। ਜੇ ਅਸੀਂ ਵੀ ਇਹਨਾਂ ਰਾਹਾਂ ਤੇ ਚੱਲੀਏ ਭਾਈ ਤਾਂ ਸਾਡਾ ਵੀ ਜਿਹੜਾ ਹੈ ਵਿਆਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਮੈਂ ਪਾਇਆ ਹੈ। ਕੀ ਹੋਇਆ ਜੀ? ਅਗਿਆਨ ਅੰਧੇਰਾ ਕੱਟਿਆ। ਉਸ ਗੁਰੂ ਨੇ ਮੇਰਾ ਅਗਿਆਨਤਾ ਦਾ ਅੰਧੇਰਾ ਕੱਟ ਦਿੱਤਾ। ਗੁਰ ਗਿਆਨ ਪ੍ਰਚੰਡ ਬੁਲਾਇਆ, ਤੇਜ਼, ਸਭ ਤੋਂ ਤੇਜ਼ ਜਿਹੜਾ ਗਿਆਨ ਹੈ ਨਾ, ਗਿਆਨ ਦਾ ਪ੍ਰਕਾਸ਼ ਮੇਰੇ ਹਿਰਦੇ ਕੱਚ ਕੀਤਾ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਬਸ ਸਾਰੇ ਰਸਾਂ ਕਸਾਂ ਦੇ ਜਿਹੜਾ ਨਾ ਸਵਾਦ ਖਤਮ ਹੋ ਗਏ, ਨਾ ਮੈਨੂੰ ਮਿੱਠਾ ਲੱਗਣ ਲੱਗ ਪਿਆ, ਮੇਰੇ ਹਿਰਦੇ ਘਰ ਚ ਚਾਨਣ ਹੋ ਗਿਆ। ਮੈਂ ਮਨ ਬਚ ਕਰਮ ਕਰਕੇ ਉਸ ਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਹਿਰਦੇ ਘਰ ਚ ਵਸਾਇਆ ਭਾਈ। ਉਹ ਜੀਵਨ ਜਾਚ ਬਣਾਈ। ਮੈਂ ਪ੍ਰਭੂ ਦੇ ਡਰ ਅਦਬ ਦੇ ਵਿੱਚ ਰਹਿ ਕੇ ਆਪਣਾ ਜੀਵਨ ਜਿਹੜਾ ਹੈ ਜਦੋਂ ਵਿਚਰਨਾ ਸ਼ੁਰੂ ਕੀਤਾ, ਕਹਿੰਦੇ ਨੇ ਮੇਰਾ ਹਰ ਰਤਨ ਪਦਾਰਥ ਲਾਧਾ। ਹਿਰਦੇ ਘਰ ਵਿੱਚੋਂ ਹੀ ਮੈਨੂੰ ਖਜ਼ਾਨਾ ਮਿਲ ਗਿਆ ਨਾਮ ਦਾ। ਨਾਮ ਧਨ ਮੇਰਾ ਇਕੱਠਾ ਹੋ ਗਿਆ, ਖਜ਼ਾਨਾ ਹੋ ਗਿਆ। ਹਉਮੈ ਰੋਗ ਗਿਆ, ਦੁੱਖ ਲਾਥਾ। ਹਉਮੈ ਰੋਗ ਜਾਣ ਨਾਲ ਮੇਰੇ ਅੰਦਰੋਂ ਮੈਂ ਮੁੱਕ ਗਈ। ਤੂੰ ਮੇਰੇ ਹਿਰਦੇ ਘਰ ਚ ਵਸ ਗਿਆ। ਦੁੱਖ ਲਾਥਾ, ਮੇਰਾ ਜਿਹੜਾ ਵਿਛੋੜੇ ਦਾ ਦੁੱਖ ਸੀ ਨਾ ਮੁੱਕ ਗਿਆ। ਆਪੇ ਗੁਰਮਤ ਖਾਦਾ, ਗੁਰੂ ਦੀ ਮਤ ਲੈ ਕੇ ਆਪਾ ਪਾਉ ਖਾਦਾ ਗਿਆ, ਮੁੱਕ ਗਿਆ, ਮੁਕਾ ਲਿਆ। ਅਕਾਲ ਮੂਰਤ ਵਰ ਪਾਇਆ ਅਬਿਨਾਸ਼ੀ। ਐਸਾ ਅਬਿਨਾਸ਼ੀ ਜਿਹੜਾ ਅਕਾਲ ਪੁਰਖ ਹੈ ਨਾ, ਜਿਹੜਾ ਹੈ ਵੀ ਹੁਸੀ ਹੈ, ਉਹ ਮੈਨੂੰ ਮਿਲ ਗਿਆ। ਨਾ ਕਦੇ ਮਰੇ ਨਾ ਜਾਇਆ।
ये भाई इस तरह मैं उस अकाल पुरख ਨੂੰ पाया है। विहा होवा मेरे बाबूला गुरमुखे हर पाया। ये है भाई साढ़े वास्ते इस तरह गुर प्रसाद सच्चा गुरु ते गुरु के दसे हुए राह ते चलन नाल ही भाई उस अकाल पुरख ਨੂੰ ਅਸੀਂ पा सकते हाँ। सो भाई इत्थे गुर प्रसाद तो बाद इत्थे मूल मंत्र दा है समाप्ति है। ਹੁਣ ਸਾਡੇ ਅੰਦਰ ਅੱਜ ਤੱਕ ਅਸੀਂ मूल मंत्र ਨੂੰ ਹੀ ਨਹੀਂ ਸਮਝ ਸਕੇ ਭਾਈ ਕਿ मूल मंत्र ਕਿੱਥੇ ਤੱਕ ਹੈ। ਉਹ मूल मंत्र ਜਿਹੜਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਵੀ ਜਿਹੜਾ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਮੰਤਰ ਹੈ ਨਾ, ਜਿਹਨੂੰ ਮੰਗਲਾਚਾਰ ਵਜੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਨੂੰ ਇੱਕ ਵਾਰੀ ਨਹੀਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਅਸੀਂ ਫਿਰ ਵੀ ਨਹੀਂ ਸਮਝ ਸਕੇ ਕਿ ਮੂਲ ਮੰਤਰ ਕਿੱਥੇ ਤੱਕ ਹੈ। ਸੋ ਮੈਂ ਹੁਣ ਤੁਹਾਨੂੰ ਨਾਲ ਥੋੜਾ ਜਿਹਾ 5 ਮਿੰਟ ਹੋਰ ਲੱਗਣਗੇ, ਤੁਹਾਨੂੰ ਨਾਲ ਮੈਂ ਸਕਰੀਨ ਸ਼ੇਅਰ ਕਰਾਂਗਾ ਪਹਿਲੇ ਅੰਗ ਦੀ, ਪਹਿਲਾ ਅੰਗ ਗੁਰੂ ਗ੍ਰੰਥ ਸਾਹਿਬ ਦਾ, ਪਹਿਲਾ ਅੰਕ ਗੁਰੂ ਗ੍ਰੰਥ ਸਾਹਿਬ ਦਾ ਤੁਹਾਨੂੰ ਨਾਲ ਸ਼ੇਅਰ ਕਰਾਂਗਾ। ਤੇ ਤੁਸੀਂ ਮੈਨੂੰ ਲੱਗਦਾ ਹੈ ਦੁਨੀਆ ਵਿੱਚ ਕਈ ਤਾਂ ਐਸੇ ਲੋਕ ਨੇ ਮੰਦਭਾਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਨਾਲ ਹੀ ਵੀ ਕਦੀ ਜਿਹੜਾ ਹੈ ਉਹ ਦਰਸ਼ਨ ਨਹੀਂ ਕੀਤੇ ਹੋਣਗੇ। ਆਓ ਅਸੀਂ ਪਹਿਲੇ ਅੰਗ ਦੇ ਤੇ ਪਹਿਲੀ ਪੌੜੀ ਤੱਕ ਦੇ ਮੈਂ ਜਿਹੜਾ ਹੈ ਇਹ ਤੁਹਾਨੂੰ ਲਿਆ ਸਮਝਾ ਰਿਹਾ ਹਾਂ। ਦੇਖੋ ਜਦੋਂ ਗੁਰ ਪ੍ਰਸਾਦ ਤੋਂ ਬਾਅਦ 2 ਕੰਨੇ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਲਾਏ ਨੇ, ਇਹਦਾ ਮਤਲਬ ਇੱਥੋਂ ਤੱਕ ਗੁਰ ਪ੍ਰਸਾਦ ਹੈ। ਇਸ ਗੱਲ ਨੂੰ ਸਮਝਣਾ, ਇਹ ਗੁਰ ਪ੍ਰਸਾਦ ਇੱਕ ਵਾਰੀ ਨਹੀਂ ਆਇਆ ਬਾਣੀ ਵਿੱਚ। ਇਹ ਜਿਹੜਾ ਮੂਲ ਮੰਤਰ ਹੈ ਨਾ ਬਾਣੀ ਵਿੱਚ ਇੱਕ ਵਾਰੀ ਨਹੀਂ ਆਇਆ, ਇਹ ਮੂਲ ਮੰਤਰ ਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਮੈਂ ਤੁਹਾਨੂੰ ਸਮਝਾ ਦੇਣਾ ਇਹ ਜਿਹੜਾ ਮੂਲ ਮੰਤਰ ਹੈ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਇੱਕ ਪਰ ਪਹਿਲੇ ਵੀ ਸਾਂਝ ਪਾ ਚੁੱਕੇ ਹਾਂ, ਪਰ ਫਿਰ ਹੁਣ ਕਹਿ ਰਹੇ ਹਾਂ ਬਾਣੀ ਵਿੱਚ ਜਿਹੜਾ ਪੂਰਾ ਮੂਲ ਮੰਤਰ ਆਇਆ ਹੈ ਨਾ ਇੱਕ ਓਂਕਾਰ ਤੋਂ ਲੈ ਕੇ ਤੇ ਗੁਰ ਪ੍ਰਸਾਦ ਤੱਕ ਇਹ ਆਇਆ 33 ਵਾਰੀ। ਇਹ ਜਿਹੜਾ ਹੈ ਜਪ ਦੀ ਬਾਣੀ ਦੇ ਸ਼ੁਰੂ ਵਿੱਚ ਆਇਆ, ਰਾਗਾਂ ਦੇ ਆਰੰਭ ਵਿੱਚ 26 ਵਾਰੀ ਆਇਆ ਤੇ ਆਸਾ ਜਦੋਂ ਰਾਗ ਆਸਾ ਦੀ ਵਾਰ ਹੈ ਉਹਦੇ ਵਿੱਚ ਪੂਰਾ ਮੂਲ ਮੰਤਰ ਆਇਆ। ਰਾਗ ਆਸਾ ਬਾਣੀ ਕਬੀਰ ਜੀ ਦੇ ਉੱਪਰ ਇੱਕ ਵਾਰੀ ਆਇਆ ਤੇ ਜਿਹੜਾ ਹੈ ਸ਼ਲੋਕ ਸਹਿਸਕ੍ਰਿਤੀ ਦਾ ਜਿਹੜਾ ਅੰਗ ਹੈ ਨਾ 1353 ਅੰਗ, ਉਹ ਇੱਕੋ ਇੱਕ ਅੰਗ ਹੈ ਗੁਰੂ ਗ੍ਰੰਥ ਜਿਹਦੇ ਵਿੱਚ 2 ਵਾਰੀ ਪੂਰਾ ਮੂਲ ਮੰਤਰ ਆਇਆ। ਮੈਂ ਫਿਰ ਰਿਪੀਟ ਕਰ ਦਿਆਂ 1353 ਅੰਗ ਸਿਰਫ ਤੇ ਸਿਰਫ ਇੱਕੋ ਅੰਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਪੂਰੇ ਸਵਰੂਪ ਦੇ ਵਿੱਚ 2 ਵਾਰੀ ਆਇਆ। ਉੱਥੇ ਪਹਿਲਾ ਸ਼ਲੋਕ ਪਹਿਲੀ ਵਾਰ ਆਇਆ ਸ਼ਲੋਕ ਸਹਿਸਕ੍ਰਿਤੀ ਮਹਿਲਾ ਪਹਿਲਾ ਤੇ ਫਿਰ ਉਸੇ ਅੰਗ ਤੇ ਸ਼ਲੋਕ ਸਹਿਸਕ੍ਰਿਤੀ ਮਹਿਲਾ ਪੰਜਵਾਂ ਦੇ ਵਿੱਚ ਆਇਆ ਭਾਈ। ਇਸ ਤਰ੍ਹਾਂ ਸਵਈਏ ਮਹਿਲੇ ਚੌਥੇ ਵਿੱਚ ਇੱਕ ਵਾਰੀ ਆਇਆ ਤੇ ਸ਼ਲੋਕ 12 ਤੇ ਵਧੇਕ ਇੱਕ ਵਾਰੀ ਆਇਆ। ਸੋ ਇਸ ਤਰ੍ਹਾਂ 33 ਵਾਰੀ ਪੂਰਾ ਜਿਹੜਾ ਹੈ ਮੂਲ ਮੰਤਰ ਇੱਕ ਓਂਕਾਰ ਤੋਂ ਗੁਰ ਪ੍ਰਸਾਦ ਤੱਕ 33 ਵਾਰੀ ਆਇਆ ਹੈ ਤੇ ਇੱਕ ਦੋ ਰੂਪਾਂ ਵਿੱਚ ਆਇਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰੀ ਆਇਆ ਹੈ। 2 ਵਾਰੀ ਆਇਆ ਹੈ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ, ਇਹ 2 ਵਾਰੀ ਆਇਆ ਤੇ 524 ਵਾਰ ਛੋਟੇ ਰੂਪ ਦੇ ਵਿੱਚ ਇੱਕ ਓਂਕਾਰ ਸਤ ਗੁਰ ਪ੍ਰਸਾਦ 524 ਵਾਰ ਵੀ ਆਇਆ ਹੈ। ਇਹਦਾ ਮਤਲਬ ਟੋਟਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਮੂਲ ਮੰਤਰ ਆਇਆ ਹੈ ਉਹ ਆਇਆ ਹੈ 568 ਵਾਰੀ ਤੇ 568 ਵਾਰੀ ਗੁਰ ਪ੍ਰਸਾਦ ਤੱਕ ਆਇਆ ਹੈ। ਜੇ ਅਸੀਂ 568 ਵਾਰਾਂ ਤੋਂ ਵੀ ਇਹ ਸਮਝ ਨਹੀਂ ਪਾਏ ਕਿ ਇਹ ਮੂਲ ਮੰਤਰ ਇੱਥੇ ਤੱਕ ਹੈ ਤਾਂ ਭਾਈ ਮੈਂ ਤੁਹਾਨੂੰ ਇਹ ਅੱਜ ਹੋਰ ਤਰੀਕੇ ਨਾਲ ਸਮਝਾ ਰਿਹਾ। ਜਪ ਦੀ ਬਾਣੀ ਸ਼ੁਰੂ ਹੁੰਦੀ ਹੈ ਜਿੱਦਾਂ ਜਪ ਬਾਣੀ ਦਾ ਸਿਰਲੇਖ ਹੈ, ਇਹ ਇਸ ਲਾਈਨ ਦੇ ਨਾਲ ਨਹੀਂ ਹੈ, ਇਸ ਤੋਂ ਵੱਖਰਾ ਔਰ ਸ਼ੁਰੂ ਵਿੱਚ ਵੀ ਨਹੀਂ ਹੈ। ਇਹਦੇ ਵਿੱਚ ਵਿਚਕਾਰ ਦੇ ਵਿੱਚ ਇਸ ਗੁਰੂ ਨਾਨਕ ਪਾਤਸ਼ਾਹ ਨੇ ਜਪ ਦੋਨੋਂ ਜਗ੍ਹਾ ਦੋਨੋਂ ਪਾਸੇ 2 ਕੰਨੇ ਲਾ ਕੇ ਵੀ ਇਹ ਜਪ ਜਿਹੜਾ ਹੈ ਇੱਕ ਵੱਖਰਾ ਸਬਜੈਕਟ ਸ਼ੁਰੂ ਹੋਇਆ। ਹੁਣ ਜਪ ਬਾਣੀ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਸ਼ਲੋਕ ਹੈ ਜਪ ਦੀ ਬਾਣੀ ਦਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਫਿਰ ਇੱਕ ਏਕਾ ਲੱਗਾ ਹੈ ਸਾਨੂੰ ਇਹ ਸਮਝਾਉਣ ਵਾਸਤੇ ਕਿ ਭਾਈ ਇਹ ਇੱਕ ਸ਼ਲੋਕ ਹੈ,
पहले पातशाह दा। पंचम पातशाह ने मेरे वर्गे जिहड़े नलायक ने ना उन्होंने समझाने वास्ते कोई तुहानूं शायद समझ ना आवे, उन्होंने अपनी बाणी सुखमनी साहब दे 17वें जिहड़ी अष्टपदी है ना उहदा ये श्लोक बना दिता है। आद सच युगाद सच है भी दे बदले सिहारी है बे सच, नानक होसे बे सच। सिहारी नाल अर्थ नहीं बदले, सिर्फ सानू समझाया है गुरु पंचम पातशाह गुरु अर्जन देव जी ने कि भोलियो ये श्लोक है, पहला श्लोक है। जे असी फिर भी ना समझिए तो भाई साडे वर्गा तो फिर कोई नलायक हो नहीं सकता, क्यों ये पहला श्लोक है। क्योंकि जो पहली पौड़ी शुरू होती है वो सोचा सोच ना हो, जे सोची लखवार ते नानक लिखिया नाल तक ये फिर एक आया है। सो भाई जे ये पहली पौड़ी होए तो भाई फिर दो होना चाहिए सी, इसका मतलब यह पहली पौड़ी नहीं है, ये पहला श्लोक है। ये श्लोक है जप दी बाणी दा, ये दसन वास्ते गुरु अर्जन पातशाह ने सानू भाई गुरु ग्रंथ साहब दे विच अंग 286 ते सुखमनी साहब दी अष्टपदी 17वीं दा ये श्लोक लिखिया, उत्थे लिखिया होया श्लोक। सो भाई इन्नी गल समझ जाओ, जो मैं इस हिसाब नाल मैं समझा सकदा, मैनूं तो यही पता है भाई जो सानू गुरु नानक पातशाह ने दस्सिया ना, मूल मंत्र एक ओंकार तो गुर प्रसाद तक है। बाणी दे विच 568 बार ये आया है, इसी तरह आया है, भावें छोटे रूप च आया है भावें पूरे रूप च आया है, पर गुर प्रसाद तक है भाई। जिहड़ा ये मूल मंत्र है ना, ये भाई जप दी बाणी का हिस्सा नहीं है। ये तो 33 बार जो भी राग नवे शुरू हुए ने वो ज्यादातर उन्होंने ऊपर आया है। जिवें जिवें आसा दी वार दे ऊपर है कि आसा दी वार का हिस्सा नहीं असीं मनदे हन, पर जप दी बाणी क्योंकि एक अंग तो शुरू होंदी है तो असीं इहनूं दा हिस्सा मान लैंदे आ। पर जप बाणी जिहड़ी शुरू होंदी है वो जप बाणी दा नाम है इत्थे, वो ये जप दी बाणी शुरू होंदी है। सो आप साध संगत जी तुहाडे अगे एक हथ जोड़ के बेनती है भाई कि मूल मंत्र नूं एक ओंकार सतनाम करता पुरख निर्भव निर्वैर अकाल मूरत अजूनी सहभंग गुर प्रसाद तक जपना है भाई। ते कईयां नूं पुछो ना, कहंदे साडे बाबा जी ने दस्सिया भाई, सानू तां गुरु नानक बाबे ने दस्सिया है, गुरु नानक पातशाह ने दस्सिया है। तुहानूं मैं एक अंग दे दर्शन करा दित्ते ने, पंचम पातशाह ने होर जिहड़ा है सुखमनी साहब दे श्लोक दस्से। सो जप दी बाणी दे विच 2 श्लोक ने, 38 पौड़ियां ने, उन्हां दे विचार असीं अगले हफ्ते शुरू करांगे। आप सब अगे बेनती है भाई मूल मंत्र दे स्वरूप नूं, मूल मंत्र दे अर्थां नूं जो 3 असीं अपने क्लासां दे विच तुहानूं समझाउण दी कोशिश कीती है भाई, जे असीं ओह समझ आए, क्योंकि ये मंगला चरण है। ये गुरु नानक पातशाह ने उस अकाल पुरख दे सानूं दर्शन कराए ने, ये उस अकाल पुरख दा रूप है भाई। आओ उस अकाल पुरख दे रूप नूं समझिए ते भाई अपने हिरदे घट वसाइए। इहदी सेवा प्रवान करना, होइयां बेअंत भुलां दी क्षमा बख्श देना। वाहिगुरू जी का खालसा, वाहिगुरू जी की फतेह। श्री वाहिगुरू जी। थैंक यू।